ਸਤਨਾਮ। ਧੰਨ ਵਾਖੇ ਗੁਰੂ ਸਾਹਿਬ ਜੀਓ। हम मैले तुम उजल करते, हम निर्गुण तू दाता। हम मूर्ख तुम चतुर सयाणे, तू सर्व कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा, तू सुल्तान कहा हो मिया। तेरी कवन वडाई, जो तू देह सु कहा सुआमी। मैं मूर्ख कहन ना जाय, डंडौत बंदन अनिक बार। सर्व कला समरथ, डोलन ते राखो प्रभु। नानक देह कर हथ, सतनाम। धन वाहे गुरु साहिब जियो। आषाढ़ तपंदा तिस लगै, हर नाहो ना जिन्ना पास। जग जीवन पुरख त्याग कै, मानस संधि आस। आषाढ़ तपंदा तिस लगै, हर नाहो ना जिन्ना पास। जग जीवन पुरख त्याग कै, मानस संधि आस। दुईऐ भाए वेगुचीऐ, गल पई सो जम की फास। जेहा बीजै सो लुणै, मत्थै जो लिखियास। रैण विहाणी पछुताणी, उठ चली गई निरास। जिनको साधु भेटियै, सो दरगाह होए खलास। कर कृपा प्रभ आपनी, तेरे दर्शन होए प्यास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। प्रभ तुद बिन दूजा को नहीं,
ਨਾਨਕ ਕੀ ਅਰਦਾਸ, ਆਸ਼ਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਮੇਂ ਦੀ ਵੰਡ ਅਨੁਸਾਰ 12 ਮਹੀਨਿਆਂ ਵਿੱਚੋਂ ਅੱਜ ਆਸ਼ਾੜ ਦੇ ਮਹੀਨੇ ਦੀ ਆਰੰਭਤਾ ਹੈ, ਜਿਸ ਨੂੰ ਅਸੀਂ ਆਮ ਸ਼ਬਦਾਵਲੀ ਦੇ ਵਿੱਚ ਹਾੜ ਦਾ ਮਹੀਨਾ ਕਹਿੰਦੇ ਹਾਂ। ਇਸ ਦੀ ਆਰੰਭਤਾ ਹੈ ਅੱਜ। ਇਸ ਕਰਕੇ ਦਾਸ ਦਾ ਮਨ ਸੀ ਅੱਜ ਪਹਿਲੇ ਦਿਨ ਭਾਵਾਂ ਕਿ ਉਸ ਮੁਲਕ ਵਿੱਚ ਜਿੱਥੇ ਸਤਿਗੁਰਾਂ ਨੇ ਇਹ ਬਚਨ ਉਚਾਰਨ ਕੀਤੇ, ਉੱਥੇ ਆਸ਼ਾੜ ਦੀ 2 ਤਰੀਕ ਹੋ ਚੁੱਕੀ ਹੈ। ਪਰ ਜਿਸ ਤਰ੍ਹਾਂ ਆਪਾਂ ਇਸ ਮੁਲਕ ਵਿੱਚ ਰਹਿੰਦੇ ਹਾਂ ਤੇ ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਨੂੰ ਭਾਈ ਸਾਹਿਬ ਨੇ ਗਾਇਨ ਵੀ ਕੀਤਾ, ਔਰ ਦੂਸਰਾ ਮੀਰੀ ਪੀਰੀ ਦੇ ਮਾਲਕ ਛਠਮ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਆਗਮਨ ਗੁਰਪੁਰਬ ਵੀ ਹੈ। ਆਓ ਸਾਧ ਸੰਗਤ, ਅੱਜ ਪਹਿਲੇ ਦਿਨ ਆਪਾਂ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾਂਗੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਆਪ ਜੀ ਨੇ ਬੜੀ ਵਾਰੀ ਜਦੋਂ ਦੇ ਅਸੀਂ ਸੁਰਤ ਸੰਭਾਲੀ, ਆਪਾਂ ਇਹ ਮਹੀਨੇ ਪੜ੍ਹਦੇ ਔਰ ਸੁਣਦੇ ਆ ਰਹੇ ਹਾਂ। ਪਰ ਇਹ 12 ਮਾਹ ਉਸ ਤਰ੍ਹਾਂ ਦੇ ਨਹੀਂ ਕਿ ਜਿਵੇਂ ਆਮ ਕਵੀਆਂ ਨੇ ਉਚਾਰਨ ਕੀਤੇ ਹੁੰਦੇ ਆ। ਸੱਚ ਇਹ ਵੇ, ਇਹਨਾਂ 12 ਮਹੀਨਿਆਂ ਵਿੱਚ ਪ੍ਰਤੱਖ ਹਰ ਗੁਰੂ ਅਰਜੁਨ ਦੇਵ ਜੀ ਦੀ ਜ਼ਾਹਰੀ ਕਲਾ ਵਾਪਰਦੀ ਹੈ। ਕਈ ਗੁਰਸਿੱਖ ਰੋਜ਼ਾਨਾ ਆਪਣੇ ਨਿਤਨੇਮ ਵਿੱਚ 12 ਮਾਹ ਦਾ ਪਾਠ ਕਰਦੇ ਆ। ਆਓ ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਸਾਧ ਸੰਗਤ ਅਸੀਸ ਬਖਸ਼ੋ, ਕਿਉਂਕਿ ਵੀਰ ਜੀ ਰੰਧਾਵਾ ਸਾਹਿਬ ਦੱਸ ਰਹੇ ਸਨ, ਮੈਂ ਹਰ ਸਾਲ ਆਪ ਨੂੰ ਕਹਿਣਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਜਦੋਂ ਅਮਰੀਕਾ ਆਇਆ ਸੀ ਤੇ ਇਸ ਅਸਥਾਨ ਤੇ ਕਥਾ ਕੀਤੀ ਸੀ 1996 ਤੋਂ। ਅੱਜ 26-27 ਸਾਲ ਹੋ ਚੁੱਕੇ ਆ। ਮੈਂ ਸੱਚੀ ਲੋ ਰੋਮ ਰੋਮ ਕਰਕੇ ਸੰਗਤ ਦਾ ਧੰਨਵਾਦ ਕਰਨਾ ਵਾ। 26 ਸਾਲ ਤੋਂ ਨਿਰੰਤਰ ਸੁਣਨਾ ਤੇ ਅਸੀਸਾਂ ਦੇਣੀਆਂ, ਇਹ ਬੰਦੇ ਦਾ ਗੁਣ ਨਹੀਂ, ਸਿਰਫ ਗੁਰੂ ਕਿਰਪਾ ਤੇ ਸੰਗਤ ਦੀ ਮਿਹਰਬਾਨੀ ਹੈ। ਆਓ ਆਪਾਂ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਬੈਠੇ ਹਾਂ, ਅੱਜ ਆਪਾਂ ਇਸ ਮਹੀਨੇ ਦੇ ਆਖਰੀ ਅਰਥ ਔਰ ਵਿਚਾਰ ਕਰਾਂਗੇ। ਇਸ ਤੋਂ ਬਾਅਦ 4 ਦਿਨ ਨੇ ਆਪਣੇ ਕੋਲ, ਤੇ ਤੁਹਾਡਾ ਹੱਕ ਵੀ ਹੈ ਕਿ ਆਪ ਜੀ ਸੱਚੀ ਲੋਕ ਕਹਿ ਦਿੰਦੇ ਸਾਨੂੰ ਵੀਕਐਂਡ ਚਾਹੀਦਾ, ਜਦੋਂ ਮਰਜ਼ੀ ਦਿਓ। ਇਹ 'ਚ ਮੈਨੂੰ ਪ੍ਰਸੰਨਤਾ ਵੀ ਹੁੰਦੀ ਹੈ ਕਿ ਕੋਈ ਮੇਰੇ ਤੇ ਆਪਣਾ ਹੱਕ ਜਤਾਉਂਦਾ ਹੈ। ਕੱਲ੍ਹ ਨੂੰ ਆਪਾਂ 4 ਪਹਿਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ,
ਮੇਰਾ ਖਿਆਲ ਸ਼ਾਇਦ ਇਸ ਏਰੀਏ 'ਚ ਪਹਿਲਾਂ ਕਿਤੇ ਕਥਾ ਕੀਤੀ ਹੈ, ਪਰ ਉਹ 4 ਪਹਿਰ ਸਾਡੀ ਜ਼ਿੰਦਗੀ ਦੇ 4 ਪਹਿਰ ਨੇ, ਜਿਨ੍ਹਾਂ ਨੂੰ ਹਜ਼ੂਰ ਨੇ ਫਰਮਾਇਆ, ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ, ਮਿੱਤਰਾ ਹੁਕਮ ਭਇਆ ਗਰਭਾਸ। 4 ਦਿਨ ਨੇ, 4 ਪਹਿਰ ਆਪਾਂ ਸਤਿਗੁਰੂ ਦੀ ਸ਼ਬਦ ਦੀ ਰੋਸ਼ਨੀ 'ਚ ਵਿਚਾਰਾਂਗੇ। ਆਪ ਜੀ ਅਸੀਸ ਬਖਸ਼ੋ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਤੋਂ ਆਪਾਂ ਸਾਰੇ ਅਸੀਸ ਮੰਗੀਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਰੱਬੀ ਬੋਲ ਨੇ ਕਿ ਜਿਹੜਾ ਗੁਰੂ ਅਰਜੁਨ ਸਾਹਿਬ ਦਾ ਨਾਮ ਜਪੇਗਾ ਉਹ ਗਰਭ ਜੋਨ ਤੋਂ ਬਚ ਜਾਏਗਾ। ਤਤ ਵਿਚਾਰ ਯਾ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਆਪ ਜੀ ਕਰੋ ਕਿਰਪਾ, ਅਦਬ ਸਹਿਤ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਨਿਰੰਕਾਰੀ ਜੋਤ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਆਪਾਂ ਸੰਬੰਧ ਵਿੱਚ ਪੜ੍ਹਨੇ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਕਸਦ ਇਸ ਸੰਸਾਰ ਦੇ ਲੋਕਾਂ ਨੂੰ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਲ ਜੋੜਨਾ, ਤੇ ਜੋੜਨ ਦਾ ਤਰੀਕਾ ਸਤਿਗੁਰਾਂ ਨੇ ਜੋ ਅਪਣਾਇਆ ਉਹ ਸਭ ਤੋਂ ਸ੍ਰੇਸ਼ਟ ਹੈ ਪ੍ਰੇਮਾ ਭਗਤੀ। ਪ੍ਰੇਮ 'ਚ ਭਿੱਜ ਕੇ ਭਗਤੀ ਕਰਨੀ, ਆਪਾਂ ਜਿਹਨੂੰ ਭਾਉ ਭਗਤ ਕਹਿੰਦੇ। ਤੇ ਸਤਿਗੁਰਾਂ ਨੇ ਬਚਨ ਕੀਤੇ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖੰਤਰ ਪਾਏ। ਪ੍ਰੇਮਾ ਭਗਤੀ ਕਰੇ ਤੇ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖੇ, ਸਭ ਨੂੰ ਆਪਣੇ ਤੋਂ ਸ੍ਰੇਸ਼ਟ ਜਾਣੇ, ਖੌਮੇ ਤੋਂ ਬਚ ਜਾਏਗਾ। ਇੱਕ ਮਾਰਗ ਦਿੱਤਾ ਗੁਰੂ ਨਾਨਕ ਸਾਹਿਬ ਦੀ ਜੋਤ ਨੇ, ਉਸ ਵਿੱਚ ਸਾਨੂੰ ਹਰ ਪੱਖ ਤੋਂ ਸਾਵਧਾਨ ਵੀ ਕੀਤਾ। ਯਾਦ ਰੱਖੋ, ਗੁਰੂ ਤੇ ਪੂਰਨ ਭਰੋਸਾ ਬਲਾਈਂਡ ਫੇਥ ਲਈ ਕਿਹਾ, ਪਰ ਉਸ ਬਲਾਈਂਡ ਫੇਥ ਵਿੱਚ ਸਾਨੂੰ ਇਹ ਵੀ ਸਮਝਾ ਦਿੱਤਾ ਕਿ ਐ ਸਿੱਖਾ ਤੂੰ ਵਹਿਮਾਂ ਤੋਂ, ਭਰਮਾਂ ਤੋਂ, ਦੰਭ ਤੋਂ, ਪਖੰਡ ਤੋਂ, ਪਰਪੰਚ ਤੋਂ ਬਚ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਲ ਕਿਵੇਂ ਜੁੜਨਾ ਹੈ। ਇਹ ਵੀ ਸਾਨੂੰ ਸਤਿਗੁਰਾਂ ਨੇ ਸਮੱਤ ਦਿੱਤੀ, ਹਜ਼ੂਰ ਨੇ ਬਖਸ਼ਿਸ਼ ਕੀਤੀ। ਥੋੜਾ ਜਿਹਾ ਕਿਉਂਕਿ ਹੋ ਸਕਦਾ ਆਪ ਜੀ ਨੇ ਪਹਿਲਾਂ ਸੁਣਿਆ ਹੈ ਕਈ ਵਾਰੀ, ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਅਸੀਂ ਦਰਸ਼ਨ ਕਰਨੇ ਆ ਜੀ, ਇਸ ਵਿੱਚ ਸਤਿਗੁਰਾਂ ਨੇ 31 ਰਾਗ ਅਸੀਂ ਸਾਰੇ ਜਾਣਦੇ ਵਰਤੇ ਨੇ। ਕੁਛ ਰਾਗ ਜਿਹੜੇ ਨੇ ਉਹ ਉਪ ਰਾਗ ਨੇ ਕਹਿ ਲਓ, ਹਨਾ ਜੀ। ਜਿਵੇਂ ਗੌੜੀ ਵਿੱਚ 12 ਪ੍ਰਕਾਰ ਦੀ ਗੌੜੀ ਹੈ। ਇੱਕ ਪਾਸੇ ਰਾਮ ਕਲੀ ਹੈ ਜਿਹੜੀ ਨਾਰਥ ਵਿੱਚ ਗਾਈ ਜਾਂਦੀ ਹੈ, ਤੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਵੀ ਰਾਮ ਕਲੀ ਹੈ ਜਿਹੜੀ ਸਾਊਥ ਵਿੱਚ ਗਾਈ ਜਾਂਦੀ ਹੈ। ਜਿਵੇਂ ਰਾਮ ਕਲੀ ਦੱਖਣੀ, ਵਡਹੰਸ ਦੱਖਣੀ। ਇਹ ਵੀ ਸਤਿਗੁਰਾਂ ਨੇ ਬਾਣੀ ਵਿੱਚ ਸਾਨੂੰ, ਦੇਖੋ ਸਾਰੀ ਬਾਣੀ ਜਿਹੜੀ ਉਹ ਰਾਗ ਦੇ ਵਿੱਚ ਹੈ। ਇੱਥੇ ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ, ਮੈਂ ਉਹਨੂੰ ਰਿਪੀਟ ਕਰ ਲੱਗਾ। ਜੋ ਸ਼ਬਦ ਮੈਂ ਬੋਲਾਂਗਾ ਪੰਜਾਬੀ 'ਚ, ਜਿਹੜਾ ਇਸ ਭਾਸ਼ਾ ਨੂੰ ਜਾਣਦਾ ਹੈ, ਕੋਈ ਜ਼ਰੂਰੀ ਨਹੀਂ ਮੈਂ ਲਿਟਰੇਰੀ ਬੋਲੀ ਬੋਲਾਂ, ਮੇਰੀ ਬੋਲੀ ਲੋਕ ਬੋਲੀ ਵੀ ਹੈ, ਪੇਂਡੂ ਬੋਲੀ ਵੀ ਹੈ, ਸਾਡੇ ਬਜ਼ੁਰਗਾਂ ਦੀ ਪੁਰਾਤਨ ਸ਼ਬਦਾਵਲੀ ਵੀ ਹੈ। ਪਰ ਇਸ ਸ਼ਬਦ ਨੂੰ, ਇਸ ਬੋਲੀ ਨੂੰ ਉਹ ਸਮਝੇਗਾ ਜਿਹੜਾ ਇਸ ਬੋਲੀ ਦਾ ਪਹਿਲਾਂ ਜਾਣਕਾਰ ਹੈ। ਦੂਸਰਾ ਗੋਰਾ ਲਿਆ ਕੇ ਬਿਠਾ ਦਿਓ, ਕੀ ਸਮਝੇਗਾ? ਤੇ ਜੇ ਕੋਈ ਬੰਦਾ ਫਾਰਸੀ ਵਿੱਚ ਬੋਲੇ, ਪਰਸ਼ੀਅਨ ਵਿੱਚ, ਤੇ ਆਪਾਂ ਕਹਾਂਗੇ ਕੀ ਬੋਲ ਰਿਹਾ, ਉਹਦੀ ਸਮਝ ਉਹਨੂੰ ਪਏਗੀ ਜਿਹੜਾ ਫਾਰਸੀ ਦਾ ਜਾਣਕਾਰ ਹੈ। ਮੁੱਕਦੀ ਗੱਲ ਕੀ, ਜਿਸ ਬੋਲੀ ਬਾਰੇ ਅਸੀਂ ਜਾਣਦੇ ਹੋਈਏ, ਉਸ ਬੋਲੀ ਵਿੱਚ ਕੋਈ ਬੋਲੇ ਵਾਰਤਕ ਰੂਪ ਵਿੱਚ, ਉਹਨੂੰ ਲੈਕਚਰ ਕਹਿ ਲਓ, ਤਕਰੀਰ ਕਹਿ ਲਓ, ਵਖਿਆਨ ਕਹਿ ਲਓ, ਉਹਦੀ ਸਮਝ ਉਹਨੂੰ ਪਏਗੀ ਜਿਹੜਾ ਉਸ ਬੋਲੀ ਦਾ ਜਾਣਕਾਰ ਹੈ। ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ, ਕਿਉਂਕਿ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਾਸ਼ਾਵਾਂ ਦੀ ਵਰਤੋਂ ਕੀਤੀ ਹੈ। 15 ਭਾਸ਼ਾਵਾਂ ਦੀ।
ਤੇ ਦੇਖੋ ਕੁਝ ਭਾਸ਼ਾਵਾਂ ਐਸੀਆਂ ਨੇ ਜਿਹੜੀਆਂ ਨਿਰੰਤਰ ਚੱਲਦੀਆਂ ਨੇ। ਥੋੜ੍ਹਾ ਜਿਹਾ ਸਿਰ ਮੈਂ 12ਵਾਂ ਸੰਬੰਧੀ, ਕਿਉਂਕਿ ਸਾਡੇ 'ਚ ਬਹੁਤ ਜ਼ਿਆਦਾ ਹੋ ਗਿਆ, ਨਹੀਂ ਜੀ ਸੰਗਰਾਂਦ ਨਹੀਂ ਮਨਾਉਣੀ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਸੰਗਰਾਂਦ ਮਨਾਓ, ਮੈਂ ਕਹਿੰਦਾ ਗੁਰੂ ਜੀ ਕਹਿੰਦੇ ਆ 12 ਮਹੀਨਿਆਂ ਵਿੱਚ ਜੀਵਨ ਕਿਵੇਂ ਜੀਣਾ ਹੈ ਉਹਨੂੰ ਸਮਝੀ ਆਪਾਂ। ਇਹ ਇਸ ਕਰਕੇ ਥੋੜ੍ਹੀ ਜਿਹੀ ਬੇਨਤੀ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੀ 15 ਭਾਸ਼ਾਵਾਂ ਵਰਤੀਆਂ। ਹੁਣ ਜਦੋਂ ਅਸੀਂ ਜੈਤਸਰੀ ਕੀ ਵਾਰ ਪੜ੍ਹਨੇ, ਜਿਹੜਾ ਮੱਧ ਆਉਂਦਾ ਹੈ ਜੀ, ਇੱਕ ਮੈਂ ਹੋਰ ਆਪ ਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ 705 ਅੰਗ ਤੇ, ਆਦਿ ਪੂਰਨ ਮੱਧ ਪੂਰਨ। ਤੁਸੀਂ ਸਰੂਪ ਦੇ ਦਰਸ਼ਨ ਕਰਿਓ, ਤੁਹਾਡੇ ਇੱਥੇ ਸਨੋਜ਼ੇ ਪਿਆ ਹੈ, ਇਹ ਸਤਿਗੁਰਾਂ ਦਾ ਸਰੂਪ ਹੈ, ਸੁਖਦੇਵ ਸਿੰਘ ਬੈਣੀਵਾਲ ਦੇ ਘਰ ਹੱਥ ਲਿਖਤ ਹੈ। ਜਦੋਂ ਦਾਸ ਨੇ ਦਰਸ਼ਨ ਕੀਤੇ ਤੇ ਉਹਨਾਂ ਦਿਨਾਂ 'ਚ ਦਰਬਾਰ ਸਾਹਿਬ ਕਿਸੇ ਨੇ ਕੁਝ ਬੋਲਿਆ ਸੀ ਮੈਨੂੰ, ਮੈਂ ਸੱਚੀ ਲੋ ਬਹੁਤ ਘੱਟ ਸੁਣਨਾ, ਖਾਸ ਕਰਕੇ ਕੰਟਰੋਵਰਸੀ ਵਾਲਾ, ਤੇ ਉਹਦੇ ਵਿੱਚ ਜਦੋਂ ਸਰੂਪ ਦੇ ਦਰਸ਼ਨ ਕੀਤੇ, ਉਸ ਹੱਥ ਲਿਖਤ ਜੇ ਬਿਲਕੁਲ ਮੱਧ ਦੇ ਵਿੱਚ ਸਤਿਗੁਰਾਂ ਦੀ ਇਹ ਵਾਰ ਲਿਖੀ ਹੋਈ ਹੈ, ਬਿਲਕੁਲ ਮੱਧ 'ਚ। ਉੱਥੇ ਪੂਰੇ ਅੰਗ ਨੋਟ ਅਸੀਂ ਕੀਤੇ ਨੇ, ਪੱਕੇ ਅੰਗ ਨੇ ਜੀ, ਪੱਕੇ ਅੰਗ ਆਪ ਸਮਝਦੇ ਹੋ ਨਾ, ਬਿਲਕੁਲ ਮੱਧ ਦੇ ਵਿੱਚ ਪੂਰਾ ਇੱਕ ਅੰਗ, ਇਹ ਨਹੀਂ ਵਿਚਕਾਰ ਤੋਂ, ਪੂਰੇ ਇੱਕ ਅੰਗ ਤੋਂ ਸ਼ੁਰੂ ਹੁੰਦੀ। ਉਹ ਜਦੋਂ ਅਸੀਂ ਵਾਰ ਪੜ੍ਹਨੇ ਆ ਨਾ, ਉਸ ਵਾਰ ਦੇ ਵਿੱਚ ਸਤਿਗੁਰਾਂ ਨੇ ਕਿਹੜੀ ਕਿਹੜੀ ਬੋਲੀ ਵਰਤੀ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਉਹਦੇ ਵਿੱਚ ਸਹਿਸਕ੍ਰਿਤੀ ਵਰਤੀ। ਇਹ ਜਿਹੜੇ ਸ਼ਲੋਕ ਸਹਿਸਕ੍ਰਿਤੀ ਆਉਂਦੇ ਨੇ, ਉਹ ਜੈਤਸਰੀ ਕੀ ਵਾਰ ਦਾ ਹਰ ਪੌੜੀ ਦਾ ਪਹਿਲਾ ਸ਼ਲੋਕ ਸਹਿਸਕ੍ਰਿਤੀ ਹੈ, ਦੂਜਾ ਸ਼ਲੋਕ ਲਹਿੰਦੀ ਪੰਜਾਬੀ ਹੈ, ਤੇ ਤੀਸਰੀ ਜਿਹੜੀ ਪੌੜੀ ਹੈ ਉਹ ਸੱਚੀ ਮੁੱਚੀ ਮਾਝੇ ਵਾਲੀ ਪੰਜਾਬੀ ਹੈ। ਦੇਖੋ ਇੱਕ ਵਾਰ 'ਚ ਜਿਵੇਂ ਇੱਕ ਪੜ੍ਹਨੇ ਆ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ, ਇਹ ਸਹਿਸਕ੍ਰਿਤੀ ਹੈ। ਅੱਗੇ ਹੈ ਕੌਤਕ ਕੋੜ ਤਮਾਸਿਆਂ ਚਿਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ, ਇਹ ਲਹਿੰਦੀ ਪੰਜਾਬੀ ਹੈ। ਫਿਰ ਅੱਗੇ ਜਦੋਂ ਪੜ੍ਹਨੇ ਆ ਪੌੜੀ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ। ਉਹ ਸਤਿਗੁਰਾਂ ਨੇ ਜਿਹੜੀ ਉਸ ਵਕਤ ਉਸ ਇਲਾਕੇ 'ਚ ਪੰਜਾਬੀ ਵਰਤਦੀ ਪਈ ਸੀ ਨਾ, ਉਹ ਸਤਿਗੁਰਾਂ ਨੇ ਦਰਜ ਕੀਤੀ। ਮੇਰੇ ਕਹਿਣ ਤੋਂ ਮੁਰਾਦ 15 ਭਾਸ਼ਾਵਾਂ ਸਤਿਗੁਰਾਂ ਨੇ ਵਰਤੀਆਂ ਨੇ। ਕਈ ਥਾਵਾਂ ਤੇ ਜਿਹੜੀ ਬੋਲੀ ਬੋਲੀ ਜਾਂਦੀ ਸੀ ਉਹਨੂੰ ਉਸੇ ਤਰ੍ਹਾਂ ਹੀ ਬੋਲਿਆ, ਜਿਹਨੂੰ ਅੱਜ ਸਾਡੇ ਲੋਕ ਯਤਨ ਕਰ ਰਹੇ ਆ ਬਦਲ ਦਿਓ, ਅੱਜ ਦੀ ਲਿਟਰੇਰੀ ਬੋਲੀ ਕਰ ਦਿਓ। ਨਹੀਂ ਪਿਆਰਿਓ, ਸੱਚ ਇਹ ਵੇ ਗੁਰੂ ਜੀ ਨੇ ਜਿਸ ਇਲਾਕੇ ਵਿੱਚ ਗਏ ਉਸੇ ਤਰ੍ਹਾਂ ਹੀ ਬੋਲਿਆ, ਤੇ ਉਹ ਬੋਲੀ, ਉਹ ਬੰਦਾ ਉਸ ਇਲਾਕੇ ਦਾ ਜਦੋਂ ਬੋਲਦਾ, ਸਾਡੇ ਬੋਲਣ ਵਿੱਚ ਤੇ ਉਹਦੇ ਬੋਲਣ ਵਿੱਚ ਬੜਾ ਫਰਕ ਹੁੰਦਾ ਹੈ। ਮੇਰੀ ਫੇਰ ਬੇਨਤੀ ਹੈ, ਦੇਖੋ ਫਿਰ ਜਿਹੜੀ ਮੈਂ ਅਰਜ਼ ਕਰ ਲੱਗਾ, ਹੁਣ ਭਾਸ਼ਾਵਾਂ 15 ਨੇ। ਜੇ ਇਹਨੂੰ ਇਸ ਤਰ੍ਹਾਂ ਵਾਰਤਕ ਬੋਲਾਂਗਾ ਤੇ ਜਿਹੜਾ ਭਾਸ਼ਾ ਸਮਝਦਾ ਉਹਨੂੰ ਸਮਝ ਪਏਗੀ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਜਿਹੜਾ ਸੰਗੀਤ ਹੈ ਅਸਲ 'ਚ ਉਹ ਬ੍ਰਹਿਮੰਡ ਦੀ ਆਵਾਜ਼ ਹੈ। ਸੰਗੀਤ ਪਰਮਾਤਮਾ ਦੀ ਆਵਾਜ਼ ਹੈ। ਸ਼ਬਦ ਦੀ ਸਮਝ ਨਾ ਵੀ ਪਏ, ਜਦੋਂ ਸੁਰਾਂ ਦੇ ਵਿੱਚ ਪਾ ਕੇ ਸ਼ਬਦ ਨੂੰ ਗਾਵਾਂਗੇ, ਯਾਦ ਰੱਖਿਓ ਉਹਦੇ ਅੰਦਰ ਦੀ ਜਿਹੜੀ ਤਰੰਗ ਹੈ ਉਹ ਅੰਗਰੇਜ਼ ਨੂੰ ਵੀ ਟੁੰਬੇਗੀ, ਮੁਸਲਮਾਨ ਨੂੰ ਵੀ ਟੁੰਬੇਗੀ। ਤੇ ਸੱਚ ਐਵੇਂ ਸ਼ਬਦ ਦੀ ਸਮਝ ਨਹੀਂ ਵੀ ਪੈ ਰਹੀ, ਪਰ ਕੀਰਤਨ ਉਹਦੀ ਸੁਰਤ ਨੂੰ ਇਕੱਠਿਆਂ ਕਰਕੇ ਨਾਮ ਦੇ ਰਸ ਵਿੱਚ ਲੈ ਜਾਂਦਾ ਹੈ। ਇਸ ਕਰਕੇ ਕੀਰਤਨ ਦੀ ਵਡਿਆਈ ਹਜ਼ੂਰ ਨੇ ਬਹੁਤ ਜ਼ਿਆਦਾ ਕੀਤੀ ਤੇ ਫਰਮਾਇਆ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਹਿ ਕਰਮਾ। ਜਿਹੜੀ ਬੇਨਤੀ ਆਪ ਜੀ ਨੂੰ ਕਰ ਲੱਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਨੇ ਜਿੱਥੇ ਇਹ ਰਾਗ ਵਰਤੇ, ਉੱਥੇ ਜਿਹੜਾ ਉਸ ਵਕਤ ਸਮਾਂ ਵਰਤਿਆ ਜਾਂਦਾ ਸੀ ਨਾ ਜੀ, ਅੱਜ ਤੇ ਉਹਨੂੰ ਭੁੱਲ ਗਏ ਆ, ਕਿਉਂਕਿ ਭੁੱਲਣਾ ਨਹੀਂ ਚਾਹੀਦਾ। ਮੈਂ ਅਕਸਰ ਕਹਿਣਾ ਕਿ ਆਪਣੇ ਬੱਚਿਆਂ ਦਾ ਜਾਂ ਘਰ ਦਾ ਕੋਈ ਵੀ ਕਾਜ ਕਰੋ, ਠੀਕ ਹੈ ਅੱਜ ਈਸਵੀ ਸਨ ਬਹੁਤ ਮਸ਼ਹੂਰ ਹੈ, ਪਰ ਗੁਰਮੁਖੋ ਪੰਜਾਬੀ ਦਾ ਮਹੀਨਾ, ਦੇਸੀ ਮਹੀਨਾ ਲਿਖਣਾ ਕਦੀ ਨਾ ਭੁੱਲਿਆ ਕਰੋ, ਮੇਰੀ ਬੇਨਤੀ ਹੈ। ਕਿਉਂਕਿ ਉਹ ਨਹੀਂ ਤਾਂ ਆਪਾਂ ਕਹਿ ਰਹੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨੇ, ਪਰ ਮਹਾਰਾਜ ਤੇ ਕਹਿ ਰਹੇ ਹੁਣ ਉਸ ਵਕਤ ਜਿਹੜੀ ਸਮੇਂ ਦੀ ਵੰਡ ਹੈ, ਜਿਵੇਂ ਕੱਲ ਆਪਾਂ ਪੜਾਂਗੇ ਪਹਿਰ ਵੀ ਤੇ ਸਮੇਂ ਦੀ ਵੰਡ ਹੈ ਨਾ, ਸਤਿਗੁਰਾਂ ਨੇ ਸਮੇਂ ਦੇ ਸਰਲੇਖ ਥੱਲੇ ਬਾਣੀ ਦਰਜ ਕੀਤੀ। ਉਹਦੇ ਵਿੱਚ ਸਾਡੇ ਜੀ 4 ਪਹਿਰ ਆਉਣਗੇ, ਦਿਨ ਰੈਣ ਆਵੇਗਾ। ਦਿਨ ਰੈਣ ਤਾਂ 12 ਮਾਹ ਤੋਂ ਬਾਅਦ ਹੀ ਆ ਜਾਂਦੇ ਨੇ।
ਉਹਦੇ ਵਿੱਚ ਗੁਰਮੁਖੋ ਸਾਡੇ ਵਾਰ 7 ਆਉਂਦੇ ਆ, ਭਗਤ ਕਬੀਰ ਸਾਹਿਬ ਤੇ ਗੁਰੂ ਅਮਰਦਾਸ ਜੀ ਦੇ। ਉਸ ਤੋਂ ਇਲਾਵਾ ਸਾਡੀਆਂ 6 ਰੁੱਤਾਂ ਵੀ ਸਮੇਂ ਵਿੱਚ ਆਉਂਦੀਆਂ ਨੇ, ਕਿਉਂਕਿ ਸਤਿਗੁਰਾਂ ਨੇ ਰੁੱਤੀ ਦੇ ਸਰਲੇਖ ਥੱਲੇ ਬਾਣੀ ਉਚਾਰਨ ਕੀਤੀ। ਉਸ ਤੋਂ ਇਲਾਵਾ ਸਾਡੇ ਕੋਲ ਸਤਿਗੁਰਾਂ ਨੇ 12 ਮਾਹ 2 ਉਚਾਰਨ ਕੀਤੇ ਆ। ਆਪ ਸਭ ਨੂੰ ਪਤਾ ਹੈ, ਇੱਕ ਤੁਖਾਰੀ ਰਾਗ ਵਿੱਚ ਤੇ ਇੱਕ ਮਾਝ ਰਾਗ ਵਿੱਚ। ਇਹ ਕਿੱਥੇ ਉਚਾਰਨ ਕੀਤਾ? ਆਪ ਜੀ ਦਰਬਾਰ ਸਾਹਿਬ ਜਾਂਦੇ ਹੋ, ਸਾਰਿਆਂ ਨੂੰ ਇਹ ਨਹੀਂ ਕਿ ਸਭ ਨੂੰ ਪਤਾ ਨਹੀਂ। ਹੁਣ ਜਦੋਂ ਆਪ ਜੀ ਜਾਓਗੇ, ਰਾਮਸਰ ਜਾਂਦੇ ਹਾਂ, ਤੇ ਉਹ ਬੇਰੀ ਅੱਜ ਵੀ ਮੌਜੂਦ ਹੈ, ਜਿੱਥੇ ਸਾਡੀ ਰਵਾਇਤ ਪਰੰਪਰਾ ਕਹਿੰਦੀ ਹੈ ਇੱਥੇ ਸਤਿਗੁਰਾਂ ਨੇ ਬੈਠ ਕੇ ਸੁਖਮਨੀ ਸਾਹਿਬ ਉਚਾਰਨ ਕੀਤੀ ਸੀ, ਰਾਮਸਰ। ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਕਿਉਂਕਿ ਮੰਜੀ ਸਾਹਿਬ ਸ਼ਬਦ ਸਭ ਨੂੰ ਪਤਾ ਹੈ, ਅਸੀਂ ਜਦੋਂ ਕਥਾ ਕਰਨੇ ਹਾਂ ਜੀ, ਦਰਬਾਰ ਸਾਹਿਬ ਲਾਈਵੇ ਹੀ ਬੋਲਨੇ ਆ ਕਿ ਸਾਧ ਸੰਗਤ ਜੀ, ਆਪ ਜੀ ਮੰਜੀ ਸਾਹਿਬ ਦੀਵਾਨ ਅਸਥਾਨ ਤੋਂ ਕਥਾ ਸੁਣ ਰਹੇ ਹੋ। ਉਹ 2 ਸ਼ਬਦ ਨੇ, ਮੰਜੀ ਸਾਹਿਬ ਵੱਖਰਾ ਹੈ, ਦੀਵਾਨ ਅਸਥਾਨ ਵੱਖਰਾ ਹੈ। ਦੀਵਾਨ ਅਸਥਾਨ ਅਸਾਂ ਬਣਾਇਆ ਹੈ, ਮੰਜੀ ਸਾਹਿਬ ਗੁਰੂ ਅਰਜੁਨ ਦੇਵ ਦੇ ਵੇਲੇ ਦੀ ਹੈ। ਉਹ ਇਸ ਕਰਕੇ ਦਾਸ ਫਿਰ ਬੇਨਤੀ ਕਰੇਗਾ, ਮੰਜੀ ਸਾਹਿਬ ਦੀਵਾਨ ਅਸਥਾਨ ਹੈ, ਜੋ ਕੋਈ ਦੀਵਾਨ ਹਾਲ ਸ਼ਬਦ ਵਰਤੇ ਆ। ਜਦੋਂ ਆਪ ਜੀ ਜਾਓਗੇ ਉੱਥੇ, ਚਲੋ ਪ੍ਰਬੰਧਕ ਵੀਰਾਂ ਨੂੰ ਕਿਹਾ, ਤੁਹਾਡੀ ਵੀ ਜੇ ਮੰਨਦੇ ਨੇ ਜ਼ਰੂਰ ਗੱਲ ਕਰਿਓ ਕਿ ਮੰਜੀ ਸਾਹਿਬ ਸਿਰਫ ਇੱਕ ਨਿਸ਼ਾਨ ਸਾਹਿਬ ਤੇ ਇੱਕ ਗੁੰਬਦ ਹੈ। ਜਦੋਂ ਆਪ ਜੀ ਦੀਵਾਨ ਸਥਾਨ ਜਾਓਗੇ ਹਰਿਮੰਦਰ ਸਾਹਿਬ ਨੂੰ, ਖੱਬੇ ਪਾਸੇ ਮੰਜੀ ਸਾਹਿਬ ਇੱਕ ਗੁੰਬਦ ਹੈ, ਨਿਸ਼ਾਨ ਸਾਹਿਬ ਲੱਗਾ ਹੈ। ਉੱਥੇ ਲਿਖਿਆ ਮਿਲੇਗਾ ਕਿ ਇੱਥੇ ਪੰਚਮ ਸਤਿਗੁਰਾਂ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ ਹੈ। ਉੱਥੇ ਲਿਖਿਆ ਹੋਇਆ, ਉਸ ਨੂੰ ਆਪਾਂ ਮੰਜੀ ਸਾਹਿਬ ਕਹਿੰਦੇ ਹਾਂ। ਮੇਰੇ ਕਹਿਣ ਤੋਂ ਮੁਰਾਦ, ਸਤਿਗੁਰਾਂ ਨੇ ਇਹ 12 ਮਾਹ ਜਿਹੜਾ ਹੈ, ਤੁਖਾਰੀ ਜਿਹੜਾ ਹੈ ਇਹ ਕਰਤਾਰਪੁਰ ਉਚਾਰਿਆ ਗਿਆ। ਜਿਹੜਾ ਮਾਝ ਹੈ ਇਹ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰਾਂ ਨੇ ਜਿਹੜਾ ਦੀਵਾਨ ਅਸਥਾਨ ਹੈ ਉਸ ਦੇ ਸਾਹਮਣੇ ਮੰਜੀ ਸਾਹਿਬ ਜਿਹੜਾ ਸਥਾਨ ਪੁਰਾਤਨ ਹੈ, ਉੱਥੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਉਂਝ ਜਿਹੜੇ 12 ਮਾਹ ਹੈ, ਵੇਖੋ ਜਦੋਂ ਆਪਾਂ ਅਰਥ ਕਰਾਂਗੇ ਸਾਨੂੰ ਇਹ ਤੇ ਗੱਲ ਕਰਨੀ ਪਏਗੀ ਨਾ ਜੀ। ਜਿਹੜਾ 12 ਮਾਹ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਵਿੱਚ ਵੀ 12 ਮਾਹ ਉਚਾਰਨ ਕੀਤਾ। ਤਕਰੀਬਨ ਪੰਜਾਬੀ ਵਿੱਚ ਹੀ ਪੜੋ, ਪਿਆਰਾ ਸਿੰਘ ਪਦਮ ਉਹਨਾਂ ਨੇ ਮੇਰਾ ਖਿਆਲ 100 ਤੋਂ ਵੱਧ 12 ਮਾਹ ਜਿਹੜੇ ਨੇ ਉਹ ਇਕੱਤਰ ਕੀਤੇ ਆ, ਕਿ ਵੱਖ-ਵੱਖ ਵਿਦਵਾਨਾਂ ਨੇ ਜਿਹੜੇ 12 ਮਾਹ ਉਚਾਰਨ ਕੀਤੇ। ਪਰ ਜ਼ਿਆਦਾਤਰ ਜਿਹੜੇ 12 ਮਹੀਨੇ ਨੇ ਨਾ ਜੀ, ਥੋੜੀ ਬੇਨਤੀ ਨੂੰ ਸੁਣਿਓ, ਉਹ ਇਸ਼ਕ ਮਜਾਜੀ ਨਾਲ ਸੰਬੰਧਿਤ ਨੇ। ਆਮ ਤੌਰ ਤੇ ਆਮ ਕਵੀਆਂ ਦੇ, ਜਿਵੇਂ 2 ਸਰੀਰ ਆਪਣੇ ਆਪ ਨੂੰ ਪਿਆਰ ਕਰਦੇ ਆ, ਉਦਾਹਰਨ ਦੇ ਤੌਰ ਤੇ ਸੱਸੀ ਪੁੰਨੂ, ਹੀਰ ਰਾਂਝਾ ਹੈ। ਮੈਂ ਕਿਸੇ ਤੇ ਕਟਾਕਸ਼ ਨਹੀਂ ਕਰ ਰਿਹਾ, ਮੈਂ ਤੁਹਾਨੂੰ ਬੇਨਤੀ ਕਰ ਰਿਹਾ, ਗੁਰੂ ਸਾਹਿਬ ਨੇ ਕਿਵੇਂ ਸਾਡੀ ਸੁਰਤ ਨੂੰ ਬਖਸ਼ਿਸ਼ ਕਰ ਦਿੱਤੀ। ਕੀ ਗੁਰੂ ਸਾਹਿਬ ਤੋਂ ਪਹਿਲਾਂ ਵਾਰਾਂ ਨਹੀਂ ਸਨ ਪੜ੍ਹੀਆਂ ਜਾਂਦੀਆਂ? ਬਿਲਕੁਲ ਗਾਈਆਂ ਜਾਂਦੀਆਂ ਸਨ। ਜੇ ਗਾਈਆਂ ਜਾਂਦੀਆਂ ਸਨ ਤੇ ਸਤਿਗੁਰਾਂ ਨੇ ਧੁਨੀਆਂ ਦਰਜ ਕੀਤੀਆਂ 9 ਗੁਰੂ ਗ੍ਰੰਥ ਸਾਹਿਬ ਵਿੱਚ, ਤੇ ਆਪਾਂ ਪੜ੍ਹਦੇ ਹਾਂ ਕਿ ਟੁੰਡੇ ਅਸਰਾਜੇ ਕੀ ਧੁਨੀ, ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਉਹ ਧੁਨੀ ਗਾਈ ਜਾ ਰਹੀ ਹੈ। ਮੈਂ ਆਪ ਨੂੰ ਸਿਰਫ ਬੇਨਤੀ ਕਰ ਲੱਗਾ, ਜਿਵੇਂ ਵਾਰਾਂ ਸੰਸਾਰੀ ਯੋਧਿਆਂ ਨਾਲ ਸੰਬੰਧਿਤ ਸਨ, ਸਤਿਗੁਰਾਂ ਨੇ ਉਹ ਵਾਰਾਂ ਮਨ ਕਿਵੇਂ ਅੰਦਰ ਨੂੰ ਜਿੱਤ ਸਕੇ, ਉਹ ਵਾਰਾਂ ਨੂੰ ਅੰਦਰ ਦੇ ਯੁੱਧ ਵਾਲੇ ਪਾਸੇ ਮੋੜ ਦਿੱਤਾ। ਆ ਸਤਿਗੁਰਾਂ ਦਾ ਅੱਜ ਪੁਰਬ ਹੈ। ਆਪ ਜੀ ਨੂੰ ਸ਼ਾਇਦ ਗਿਆਤ ਹੋਵੇਗਾ, ਪਹਿਲੇ 2 ਢਾਡੀ ਨੱਥਾ ਤੇ ਅਬਦੁੱਲਾ ਜੀ, ਇਹਨਾਂ ਦੋਨਾਂ ਭਰਾਵਾਂ ਨੇ, ਸੁਰ ਸਿੰਘ ਪਿੰਡ ਦੇ ਵਸਨੀਕ ਨੇ। ਇਹਨਾਂ ਦੋਵਾਂ ਨੇ 2 ਮਹੀਨਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ, ਜਿੱਥੇ ਅਕਾਲ ਤਖਤ ਸਾਹਿਬ ਹੈ ਇਹਦੇ ਸਾਹਮਣੇ ਖੁੱਲੀ ਥਾਂ ਜਿੱਥੇ ਹੈ, ਇੱਥੇ ਸਤਿਗੁਰਾਂ ਦੇ ਹਜ਼ੂਰ ਉਹਨਾਂ 9 ਧੁਨਾਂ ਵਿੱਚ ਤੇ 22 ਦੀਆਂ 22 ਵਾਰਾਂ ਇਹਨਾਂ ਗਾਈਆਂ, ਪੌੜੀਆਂ ਗਾਈਆਂ ਸਾਰੀਆਂ। ਤੇ ਸਤਿਗੁਰਾਂ ਨੇ ਜਿਸ ਦਿਨ ਇਹਨਾਂ ਭੋਗ ਪਾਇਆ ਤੇ 6ਵੇਂ ਸਤਿਗੁਰਾਂ ਨੇ ਇਹਨਾਂ ਨੂੰ ਬਖਸ਼ੀਸ਼ ਵਜੋਂ ਹਾਥੀ ਦਿੱਤਾ ਸੀ। ਇਹ ਇਤਿਹਾਸ ਹੈ ਸਾਡਾ। ਪਰ ਉਹਨਾਂ ਬੇਨਤੀ ਕੀਤੀ, ਨਹੀਂ ਮਹਾਰਾਜ ਇਹ ਇਸ ਤਰ੍ਹਾਂ ਨਹੀਂ, ਅਸੀਂ ਤਾਂ ਆਪ ਜੀ ਦੇ ਢਾਡੀ ਹੀ ਹਾਂ। ਮੈਂ ਆਪ ਨੂੰ ਅਰਜ਼ ਕਰਾਂਗਾ, ਜਿਹੜੇ ਸਤਿਗੁਰਾਂ ਨੇ 12 ਮਾਹ ਬਖਸ਼ਿਸ਼ ਕੀਤਾ ਹੈ, ਪਿਆਰਿਓ, ਇਹਦੀ ਸ਼ੁਰੂਆਤ ਵਿਛੋੜੇ ਤੋਂ ਹੈ। ਕਿਉਂਕਿ ਹਰ ਮੁਲਕ ਦੇ ਵਿੱਚ ਜਿਹੜੀ ਪੋਇਟਰੀ ਹੈ ਨਾ, ਨਾਟਕ ਜਿਹੜੇ ਨੇ, ਜਿਹੜੇ ਜੋ ਕੁਝ ਆ ਲੋਕ ਬਣਾਉਂਦੇ ਗਾਉਂਦੇ ਆ, ਤੁਸੀਂ ਦੇਖੋਗੇ ਅਕਸਰ ਮੈਂ ਪੱਛਮ ਦੇ ਜਦੋਂ ਕਦੀ ਅਸੀਂ ਪੜ੍ਹਨੇ ਆ, ਉਹਦਾ ਦੁਖਾਂਤ ਤੇ ਸਮਾਪਤੀ ਹੁੰਦੀ ਹੈ। ਮੰਨ ਲਓ ਕੋਈ ਵਿਛੋੜਾ ਪੈ ਜਾਂਦਾ ਹੈ,
ਪਰ ਸਤਿਗੁਰੂ ਨੇ ਜਦੋਂ ਇਹ ਸਾਰੀ ਬਾਣੀ ਉਚਾਰਨ ਕੀਤੀ, ਇਹਦੀ ਸ਼ੁਰੂਆਤ ਵਿਛੋੜਾ ਹੈ, ਪਰ 12 ਮਾਹ ਦੀ ਸਮਾਪਤੀ ਜਿਹੜੀ ਹੈ ਨਾ, ਇਹ ਆਨੰਦ ਖੇੜਾ ਤੇ ਮਿਲਾਪ ਹੈ। ਫਿਰ ਅਰਜ਼ ਸੁਣਿਓ, ਸ਼ੁਰੂਆਤ ਵਿਛੋੜਾ ਹੈ। ਜਿਵੇਂ ਆਪਾਂ ਪਹਿਲਾ ਬਚਨ ਪੜ੍ਹਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਇਹ ਵਿਛੋੜਾ ਹੈ। ਕਿਰਤ ਕਰਮ ਕੇ ਵਿਛੜੇ। ਪਰ ਮੈਂ ਅਰਜ਼ ਕਰਾਂਗਾ ਕਿ ਇਸ ਬਾਣੀ ਦਾ ਸੰਬੰਧ ਸਿਰਫ ਆਤਮਾ ਨਾਲ, ਰੂਹਾਨੀ ਜੀਵਨ ਨਾਲ। ਹਾਂ, ਨਾਲ ਨਾਲ ਸਤਿਗੁਰੂ ਜਿਸ ਜਿਸ ਮਹੀਨੇ ਵਿੱਚ ਜਿਹੜੀ ਰੁੱਤ ਪ੍ਰਭਾਵ ਪਾਉਂਦੀ ਸੀ, ਉਸ ਰੁੱਤ ਦਾ ਜ਼ਿਕਰ ਵੀ ਕੀਤਾ ਗਿਆ। ਜਿਵੇਂ ਅੱਜ ਫਰਮਾਇਆ ਕਿ ਆਸਾੜ ਤਪੰਦਾ ਤਿਸ ਲੱਗਾ, ਕਿਉਂਕਿ ਤਪਸ਼ ਹੈ। ਜਦੋਂ ਪੋਹ ਆਇਆ ਤੇ ਮਹਾਰਾਜ ਨੇ ਸ਼ਬਦ ਵਰਤਿਆ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹ। ਫਿਰ ਬੇਨਤੀ ਹੈ, ਉਦੋਂ ਕੱਕਰ ਪੈ ਰਿਹਾ ਪੋਚ, ਉਹਦਾ ਜ਼ਿਕਰ ਕੀਤਾ। ਸ਼ੁਰੂਆਤ 12 ਮਾਹ ਦੀ ਵਿਛੋੜੇ ਤੋਂ ਹੈ, ਤੇ ਉਸ ਵਿਛੋੜੇ ਵਿੱਚ ਆਪਣੇ ਆਪ ਨੂੰ ਖੜਿਆਂ ਕਰ ਦਿੱਤਾ ਕਿ ਪਰਮੇਸ਼ਵਰ ਜੀ, ਅਸੀਂ ਆਪਣੇ ਕਰਮਾਂ ਕਰਕੇ ਵਿਛੜ ਗਏ ਹਾਂ। ਦੇਖੋ, ਬੜੀ ਵੱਡੀ ਗੱਲ ਹੈ। ਮੈਂ ਤਾਂ ਕਹਿੰਦਾ, ਅਰਦਾਸ ਜਦੋਂ ਵੀ ਕੋਈ ਕਰੇ, ਇਸ ਤੁਕ ਨੂੰ ਅਰਦਾਸ ਹੀ ਬਣਾ ਲਈਏ ਕਿ ਵਿਛੋੜੇ ਆਪਣੇ ਕਰਮ ਕਰਕੇ ਹੋਇਆ। ਜਿੰਨੇ ਮਰਜ਼ੀ ਅਸੀਂ ਧਰਮੀ ਬਣ ਜਾਈਏ, ਸੁਕਰਮੀ ਬਣ ਜਾਈਏ, ਨੇਮੀ ਬਣ ਜਾਈਏ, ਸਾਡੇ ਕਰਮਾਂ ਨੇ ਮਿਲਾਪ ਨਹੀਂ ਕਰਾਣਾ, ਮਿਲਾਪ ਤੇਰੀ ਕਿਰਪਾ ਨਾਲ ਹੋਣਾ ਹੈ। ਦੇਖੋ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਥੱਕ ਕੇ ਆ ਗਏ, ਥਕ ਆਏ ਪ੍ਰਭ ਕੀ ਸ਼ਾਮ, ਧੇਨ ਦੁਧੈ ਤੇ ਬਾਹਰੀ, ਕਿਤੈ ਨ ਆਵੈ ਕਾਮ, ਜਲ ਬਿਨ ਸਾਖ ਕੁਮਲਾਪਤੀ, ਉਪਜੈ ਨਾਹੀ ਧਾਮ। ਮਹਾਰਾਜ ਬੇਨਤੀ ਕਰ ਰਹੇ ਆ ਇਸ ਵਿੱਚ। ਗੁਰਮੁਖੋ, ਦੂਜੀ ਗੱਲ, 12 ਮਾਹ ਦੇ ਪਹਿਲੇ ਪਦੇ ਦੇ ਅੰਤ ਵਿੱਚ, ਗੁਰਮੁਖੋ ਪਹਿਲਾ ਪਦਾ ਤੇ ਹੈ ਹੀ ਬੇਨਤੀ, ਕਿਰਤ ਕਰਮ ਕੇ ਵਿਛੜੇ, ਸਾਰੀ ਬੇਨਤੀ ਹੈ ਕਿ ਤੇਰੇ ਤੋਂ ਬਿਨਾ ਕੱਪੜੇ, ਤੇਰੇ ਤੋਂ ਬਿਨਾ ਖਾਣਾ, ਵਾਹਿਗੁਰੂ ਜੀ ਤੁਹਾਡੇ ਤੋਂ ਬਿਨਾ ਕੁਛ ਨਹੀਂ। ਅਖੀਰ ਤੇ ਫਿਰ ਪਦੇ ਦੀ ਸਮਾਪਤੀ ਤੇ, ਵਾਹਿਗੁਰੂ ਜੀ ਮੈਂ ਤੁਹਾਡੇ ਘਰ ਚ ਆਉਣਾ ਚਾਹੁੰਦਾ, ਤੁਹਾਡੇ ਧਾਮ ਚ ਆਉਣਾ ਚਾਹੁੰਦਾ। ਧਾਮ ਦਾ ਅਰਥ ਟਿਕਾਣਾ, ਘਰ, ਮੁਕਾਮ। ਪਰ ਧਾਮ ਤਾਂ ਨਾਮ ਤੋਂ ਬਿਨਾ ਲੱਭਦਾ ਹੀ ਨਹੀਂ। ਮੰਨ ਲਓ ਅਸੀਂ ਘਰ ਜਾਣਾ ਕਿਸੇ ਦੇ, ਇੱਥੇ ਵੀ ਦੇਖੋ ਆਪ ਸਾਰੇ ਅੱਜ ਕੱਲ੍ਹ ਆਧੁਨਿਕ ਯੁੱਗ ਵਿੱਚ ਆਪਾਂ ਕੰਪਿਊਟਰ ਵਰਤ ਰਹੇ ਹਾਂ, ਸਟਰੀਟ ਨੰਬਰ, ਘਰ ਦਾ ਨੰਬਰ ਪਾਉਂਦੇ ਹਾਂ। ਪਿਆਰਿਓ, ਐਡਰੈਸ ਤੋਂ ਬਿਨਾ ਘਰ ਵਾਲਾ ਨਹੀਂ ਲੱਭਦਾ ਹੁੰਦਾ, ਘਰ ਨਹੀਂ ਲੱਭਦੇ। ਨਾਮ ਤੋਂ ਬਿਨਾ, ਨੰਬਰਾਂ ਤੋਂ ਬਿਨਾ ਨਹੀਂ ਲੱਭੇਗਾ। ਗੁਰੂ ਸਾਹਿਬ ਕਹਿੰਦੇ ਆ, ਵਾਹਿਗੁਰੂ ਤੁਹਾਡੇ ਧਾਮ 'ਚ ਜਾਣਾ ਹੈ, ਤੇ ਧਾਮ ਨਾਮ ਤੋਂ ਬਿਨਾ ਨਹੀਂ ਮਿਲਦਾ। ਤੁਸੀਂ ਕਿਰਪਾ ਕਰਕੇ ਆਪਣਾ ਨਾਮ ਬਖਸ਼ ਦਿਓ, ਨਾਮ ਕਰਕੇ ਤੁਹਾਡਾ ਘਰ ਲੱਭ ਜਾਏਗਾ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਪਹਿਲਾ ਹੈ ਨਾਮ, ਨਾਮ ਨਾਲ ਹੀ ਧਾਮ ਮਿਲਦੇ ਆ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਸ਼ਚਲ ਧਾਮ। ਜਿਹਦਾ ਨਿਸ਼ਚਲ ਧਾਮ, ਜਿਹਨੇ ਕਦੀ ਖਤਮ ਨਹੀਂ ਹੋਣਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹਦੀ ਸ਼ੁਰੂਆਤ ਵਿਛੋੜਾ ਹੈ ਤੇ ਬੇਨਤੀ ਹੈ, ਤੇ ਫਿਰ ਵੇਖੋ ਮਿਲਾਪ ਕਿੱਥੇ ਹੈ। 12ਵਾਂ ਮਹੀਨਾ ਮਿਲਾਪ ਹੈ। ਪਹਿਲੇ ਮਹੀਨੇ ਸਿਰਫ ਜੁਗ ਦਸੀ ਕਿ ਚੇਤ ਗੋਬਿੰਦ ਆਰਾਧਿਆ, ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਮੈਂ ਇੱਕ ਵਾਰ ਅੱਗੇ ਇੱਥੇ ਬੇਨਤੀ ਕੀਤੀ ਸੀ, ਚੇਤ ਵਿੱਚ ਗੋਬਿੰਦ ਨੂੰ ਆਰਾਧਨਾ ਸ਼ੁਰੂ ਕਰ। ਵੇਖੋ, ਹੋਵੇ ਹੈ ਫਿਊਚਰ ਦੀ ਗੱਲ ਕਰ ਰਿਹਾ, ਪਹਿਲਾ ਮਹੀਨਾ ਹੈ ਨਾ, ਤੇ ਜਿਹੜਾ ਤੇਰੇ ਬਾਕੀ 11 ਮਹੀਨੇ ਲੰਘਣੇ ਨੇ, ਤੇਰਾ ਆਉਣ ਵਾਲਾ ਭਵਿੱਖ ਕੀ ਹੋਵੇਗਾ। ਜੇ ਬੱਚੇ ਨੂੰ ਇੱਕ ਆਪਾਂ ਅੱਜ ਡਾਕਟਰੀ ਕਰਾ ਰਹੇ ਹਾਂ, ਆਪਾਂ ਕਹਿੰਦੇ ਹਾਂ 8 ਸਾਲ 9 ਸਾਲ ਜਾਂ 10 ਸਾਲ ਤੋਂ ਮਿਹਨਤ ਕਰ, ਤੇਰਾ ਫਿਊਚਰ ਆ ਹੋਵੇਗਾ। ਪਿਆਰਿਓ, ਗੁਰੂ ਸਾਹਿਬ ਕਹਿੰਦੇ 1 ਸਾਲ ਦਾ ਤੇਰਾ ਦੱਸ ਦੇਣਾ ਸਬਕ। ਪਹਿਲੀ ਗੱਲ, ਤੂੰ ਚੇਤ ਤੋਂ ਆਰਾਧਨਾ ਸ਼ੁਰੂ ਕਰ। ਸੰਤ ਜਨਾਂ ਦੀ ਸੰਗਤ ਵਿੱਚ ਜ਼ਬਾਨ ਤੋਂ ਬੋਲ ਕੇ ਸ਼ੁਰੂ ਕਰ। ਫਿਰ ਅਰਜ਼ ਸੁਣਿਓ, ਬੋਲਣ ਤੋਂ ਬਿਨਾਂ ਅੰਦਰ ਨਹੀਂ ਸੁਣੀ ਨਾ। ਫਿਰ ਅਰਜ਼ ਹੈ, ਉਂਝ ਵੀ ਦੁਨਿਆਵੀ ਤੌਰ ਤੇ ਜਿਹੜਾ ਬੋਲ ਨਹੀਂ ਸਕਦਾ ਉਹ ਸੁਣ ਨਹੀਂ ਸਕਦਾ, ਜਿਹੜਾ ਸੁਣ ਨਹੀਂ ਸਕਦਾ ਉਹ ਬੋਲ ਨਹੀਂ ਸਕਦਾ। ਜਿਹੜਾ ਬੋਲਾ ਹੋਵੇਗਾ ਉਹ ਜਮਾਂਦਰੂ ਗੂੰਗਾ ਹੋਵੇਗਾ। ਹਜ਼ੂਰ ਕਹਿੰਦੇ ਨੇ, ਰਸਨਾ ਤੋਂ ਬੋਲ। ਤੇਰੀ ਸ਼ੁਰੂਆਤ ਤੇ ਚੇਤ ਗੋਬਿੰਦ ਆਰਾਧਿਆ, ਹੋਵੇ ਆਨੰਦ ਘਣਾ। ਘਣਾ ਆਨੰਦ ਹੋਵੇਗਾ, ਕਿਉਂਕਿ ਵਿਛੋੜਾ ਹੈ ਨਾ। ਤੇ ਮਹਾਰਾਜ ਕਿਵੇਂ ਆਰਾਧੀਏ? ਕਹਿੰਦੇ ਤੈਨੂੰ ਅਜੇ ਸਮਝ ਨਹੀਂ, ਸੰਤ ਜਨਾਂ ਮਿਲ ਪਾਈ ਹੈ। ਪ੍ਰਭੂ ਤੇ ਪਿਆਰੇ ਸੰਤ ਜਨਾਂ ਨੂੰ
ਮਿਲੇਗਾ ਤੇ ਉਹਦੀ ਪ੍ਰਾਪਤੀ ਤੇ ਰਸਨਾ ਨਾਮ ਭਣਾ। ਫਿਰ ਬੇਨਤੀ ਹੈ, ਜਦੋਂ ਫਲਗੁਣ ਆਇਆ, ਕਿੱਡੀ ਕਮਾਲ। ਜੇ ਪੋਇਟ ਕਵਿਤਾ ਦੇ, ਮੈਂ ਵੈਸੇ ਆਮ ਸ਼ਬਦ ਕਵਿਤਾ ਨਹੀਂ ਵਰਤਾਂਗਾ, ਜੇ ਤੁਸੀਂ ਸਾਹਿਤਕਾਰ ਪੜ੍ਹੇ, ਉਹ ਕਹੇਗਾ ਦੇਖੋ ਇਹ ਚੇਤ ਦੇ ਮਹੀਨੇ ਵਿੱਚ ਦੱਸ ਦਿੱਤਾ ਤੇਰੀ ਮੰਜ਼ਿਲ ਆਨੰਦ ਹੈ, ਮਿਲਣਾ ਤੈਨੂੰ ਸੰਤ ਜਨਾਂ ਦੀ ਸੰਗਤ ਤੇ ਰਸਨਾ ਨਾਲ ਕਮਾ ਕੇ ਮਿਲਣਾ ਹੈ। ਸੰਗਤ ਕਰ, ਪਰ ਕਮਾਈ ਤਾਂ ਤੈਨੂੰ ਕਰਨੀ ਪੈਣੀ ਹੈ। ਜਦੋਂ ਫਲਗੁਣ ਆਇਆ, ਕਹਿਣ ਮਹਾਰਾਜ ਨੇ ਕਿਹਾ ਫਲਗੁਣ ਆਨੰਦ ਉਪਾਰ ਜਾਣਾ, ਚੇਤਵੇਸੀ ਹੋਵੇ ਆਨੰਦ ਘਣਾ ਹੋਇਆ ਨਹੀਂ। ਫਲਗੁਣ ਵਿੱਚ ਮਿਲਾਪ ਹੈ। ਮਹਾਰਾਜ ਫਰਮਾਨ ਲੱਗੇ ਫਲਗੁਣ ਆਨੰਦ ਉਪਾਰ ਜਨਾ ਕਰ ਸੱਜਣ ਪ੍ਰਗਟ ਆਏ। ਕਿਵੇਂ ਆਏ ਜੀ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ। ਮੈਂ ਇਸ ਕਰਕੇ ਬੇਨਤੀ ਕਰਾਂਗਾ, ਅੱਜ ਹਾੜ ਦਾ ਮਹੀਨਾ ਹੈ, ਪਰ ਗੁਰਮਤ ਦੀ ਸ਼ਬਦਾਵਲੀ ਵਿੱਚ ਆਸਾੜ, ਆਹਾੜ ਵੀ ਬਾਣੀ ਵਿੱਚ ਸ਼ਬਦ ਆਇਆ ਹੈ ਜੀ। ਇੱਥੇ ਸਤਿਗੁਰਾਂ ਨੇ ਗਰਮੀ ਦਾ ਜ਼ਿਕਰ ਕੀਤਾ ਹੈ। ਆਪ ਸਭ ਨੂੰ ਪਤਾ ਹੈ, ਕਿਉਂਕਿ ਭਾਵੇਂ ਮੌਸਮ ਹੁਣ ਚੇਂਜ ਹੋ ਚੁੱਕੇ ਨੇ, ਉੱਥੋਂ ਦੇ ਤਬਦੀਲ ਹੋ ਗਏ ਜੀ, ਪਰ ਆਪ ਨੂੰ ਪਤਾ ਹੈ ਹਾੜ ਦੇ ਮਹੀਨੇ ਤੱਕ, ਬੱਚਿਆਂ ਨੂੰ ਤੇ ਨਹੀਂ ਪਤਾ, ਬਜ਼ੁਰਗ ਸਾਡੇ ਫਲੇ ਜੋਂਦੇ ਹੁੰਦੇ ਸਨ। ਹਾਂਜੀ, ਹਾੜ ਦਾ ਮਹੀਨਾ ਪੂਰੇ ਫਲੇ ਚੱਲਦੇ ਸਨ। ਹੁਣ ਤਾਂ ਥ੍ਰੈਸ਼ਰ ਆ ਗਏ। ਉਦੋਂ ਵਿਸਾਖੀ ਵਾਲੇ ਦਿਨ, ਮੈਂ ਥੋੜ੍ਹਾ ਜਿਹਾ ਪਿਛੋਕੜ ਜਾਣਨਾ ਚਾਹੁੰਦਾ ਆਪਣੇ ਉਹਨਾਂ ਖੇਤਾਂ 'ਚ। ਵਿਸਾਖੀ ਵਾਲੇ ਦਿਨ ਅੱਧੀ ਕੁ ਕਣਕ ਲਾਲ ਹੁੰਦੀ ਸੀ, ਅੱਧੀ ਹਰੀ ਹੁੰਦੀ ਸੀ, ਲਾਲੀ ਪਕੜਦੀ ਸੀ, ਤੇ ਬਜ਼ੁਰਗ ਮਾਈਆਂ ਕਹਿੰਦੀਆਂ ਸਨ ਸਿੱਟੇ ਤੋੜ ਕੇ ਲੈ ਆਓ, ਅੱਜ ਕਣਕ ਨਵੀਂ ਕਰਨੀ ਹੈ। ਸ਼ਾਇਦ ਆਪ ਜੀ ਨੂੰ ਪਤਾ ਹੋਣਾ, ਉਹ ਸਿੱਟੇ ਤੋੜ ਕੇ ਲਿਆਉਣੇ। ਉਹ ਦਿਨ ਫਿਰ ਉਹਨਾਂ ਨੇ ਸਿੱਟੇ ਆਪ ਭੋਰ ਕੇ ਦਾਣੇ, ਤੇ ਉਹਨੂੰ ਰੋਟੀ ਵਿੱਚ ਉਹਦੀ ਸ਼ੁਰੂਆਤ ਹੋ ਜਾਣੀ। ਹਾੜ ਤੱਕ ਫਲੇ ਚੱਲਣੇ, ਵਾਢੀਆਂ ਹੋਣੀਆਂ, ਭਰੀਆਂ ਬੰਨਣੀਆਂ, ਖੱਬੜ ਵੱਟਣੇ, ਬੇੜ ਵੱਟਣੇ ਜਿਹਨੂੰ ਕਹਿੰਦੇ ਸਾਂ। ਫਿਰ ਹਾੜ ਵਿੱਚ ਹਨੇਰੀਆਂ ਸ਼ੁਰੂ ਹੋ ਜਾਣੀਆਂ। ਆਪ ਨੂੰ ਪਤਾ ਹੋਣਾ, ਬਹੁਤ ਹਨੇਰੀ ਆਉਣੀ, ਵਾਹ ਵਰੋਲੇ ਆਉਣੇ। ਉਸ ਵਕਤ ਫਲੇ ਪਾਣੇ, ਫਲਿਆਂ ਤੋਂ ਬਾਅਦ ਧੜਾਂ ਕੁੱਪ ਬੰਨਣੇ। ਮਹਾਰਾਜ ਉਸ ਤਪਸ਼ ਦੀ ਗੱਲ ਕਰ ਰਿਹਾ, ਜਿਹੜੀ ਤਪਸ਼ ਉਦੋਂ ਪੈ ਰਹੀ ਸੀ। ਉਸ ਤਪਸ਼ ਨੇ ਬਸ ਕਰਾ ਦੇਣੀ। ਮਹਾਰਾਜ ਜੀ ਨੇ ਫਰਮਾਇਆ, ਬਾਹਰ ਦੇ ਅਰਥਾਂ ਨੂੰ ਅੰਦਰ ਟੁਕਾ ਦਿੱਤਾ। ਬਾਹਰ ਦੀ ਗਰਮੀ ਤਾਂ ਸਰੀਰ ਨੂੰ ਲੱਗੇਗੀ ਨਾ। ਹਜ਼ੂਰ ਨੇ ਫਰਮਾਇਆ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ। ਹਜ਼ੂਰ ਨੇ ਪਹਿਲਾ ਬਚਨ ਕਿਹਾ ਕਿ ਆਸਾੜ, ਕਿਉਂਕਿ ਦਾ ਪਾਠ ਅਸਾੜ ਨਹੀਂ ਕਰਨਾ। ਤੁਹਾਡੇ ਕੋਲ ਗੁਰਮੁਖ ਬੈਠੇ ਹੈ ਪਾਠ ਸਿਖਾਉਣ ਵਾਲੇ। ਆਸਾੜ, ਇਹਦਾ ਮਤਲਬ ਹਾੜ ਦਾ ਮਹੀਨਾ, ਅਸਾੜ ਦਾ ਮਹੀਨਾ। ਤਪੰਦਾ, ਤਪੰਦਾ ਦਾ ਅਰਥ ਤਪਦਾ ਹੋਇਆ। ਤਿਸ ਲੱਗੈ, ਉਹਨੂੰ ਹੀ ਤਪਦਾ ਹੋਇਆ ਲੱਗਦਾ। ਕਿਹਨੂੰ? ਹਰ ਨਾਹ, ਹਰ ਦਾ ਅਰਥ ਹਰੀ ਪਰਮਾਤਮਾ, ਤੇ ਨਾਹ ਇਹਦਾ ਲਫ਼ਜ਼ੀ ਅਰਥ ਪਤੀ, ਖਸਮ, ਮਾਲਕ, ਖਾਵੰਦ, ਪਰਮੇਸ਼ਵਰ ਕਹੋ। ਹਰੀ ਪਤੀ, ਪਰਮਾਤਮਾ ਪਤੀ। ਨਾ ਜਿੰਨਾ ਪਾਸ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ। ਜਿਨ੍ਹਾਂ ਦੇ ਕੋਲ ਪਰਮਾਤਮਾ ਪਰਮੇਸ਼ਵਰ ਨਹੀਂ, ਨਾਮ ਨਹੀਂ, ਅਸਾੜ ਉਹਨਾਂ ਨੂੰ ਹੀ ਤਪਦਾ ਲੱਗਦਾ ਹੈ। ਹੁਣ ਫਿਰ ਉੱਥੇ ਵੇਖੋ, ਦੋ ਪੱਖ ਹੋ ਗਏ। ਹਾੜ ਤਾਂ ਬਾਹਰ ਤਪਦਾ। ਇਸੇ ਕਰਕੇ ਜਿਹੜੇ ਸੰਪਰਦਾਈ ਪੁਰਾਤਨ ਅਰਥ ਸਨ ਨਾ, ਉਹ ਬੜੇ ਟੇਕੇ ਵਾਚਨ ਵਾਲੇ ਸਨ। ਇੱਥੇ ਹੁਣ ਇੱਕ ਅਰਥ ਤਾਂ ਮੈਂ ਕਰ ਦਿੱਤਾ, ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਲੱਗਦਾ ਹੈ ਜਿਨ੍ਹਾਂ ਦੇ ਕੋਲ ਪਰਮਾਤਮਾ ਪਰਮੇਸ਼ਵਰ ਨਹੀਂ, ਹਰ ਨਾਹ ਨਾ ਜਿੰਨਾ ਪਾਸ। ਪਰ ਦੂਜੇ ਪਾਸੇ ਦੇ ਅਰਥ ਇਹ ਬਣਨਗੇ ਕਿ ਵਾਸ਼ਨਾ ਦਾ ਹਾੜ। ਜਿਵੇਂ ਇਹ ਹਨੇਰੀ ਚੱਲਦੀ ਬਾਹਰ, ਸੂਰਜ ਤਪਦਾ ਹੈ, ਪਿੰਡਾ ਸੜਦਾ ਹੈ। ਸੱਚ ਇਹ ਵੇ, ਜਦੋਂ ਕਾਮ ਕ੍ਰੋਧ ਲੋਭ ਮੋਹ ਦਾ ਸੂਰਜ ਤਪਦਾ ਵਾਸ਼ਨਾ ਦਾ, ਤੇ ਅੰਦਰ ਤਪ ਉੱਠਦਾ ਹੈ। ਅੰਦਰ ਹਨੇਰੀ ਲੂ ਚੱਲਦੀ ਹੈ ਵਾਸ਼ਨਾ ਦੀ। ਜਿਵੇਂ ਬਾਹਰੋਂ ਲੂ ਚੱਲੇ ਤੇ ਬਨਾਸਪਤੀ ਕੁਮਲਾ ਜਾਂਦੀ ਏ, ਜਦੋਂ ਅੰਦਰ ਵਾਸ਼ਨਾ ਦੀ ਲੂ ਚੱਲਣ ਲੱਗ ਪਵੇ, ਅੰਦਰ ਦੇ ਦੈਵੀ ਗੁਣ ਕੁਮਲਾ ਜਾਂਦੇ ਆ। ਹਜ਼ੂਰ ਨੇ ਇੱਥੇ ਫਿਰ ਅੰਤਰੀ ਵਰਤੇ ਨੇ ਕਿ ਭਾਈ ਇਹ ਤਪਸ਼, ਇਹ ਵਾਸ਼ਨਾ ਸੰਸਾਰ ਵਿੱਚ ਹੈ, ਪਰ ਉਹਨਾਂ ਨੂੰ ਤਪਾਉਂਦੀ ਹੈ ਜਿਨ੍ਹਾਂ ਦੇ ਅੰਦਰ ਨਾਮ ਨਹੀਂ, ਜਿਨ੍ਹਾਂ ਦੇ ਅੰਦਰ ਸਤਿਨਾਮ ਵਾਹਿਗੁਰੂ ਵਸ ਜਾਏ। ਜਿੰਨੀ ਮਰਜ਼ੀ ਵਾਸ਼ਨਾ ਦੀ ਹਨੇਰੀ ਚੱਲਦੀ ਰਹੇ, ਜਿੰਨਾ ਮਰਜ਼ੀ ਵਾਸ਼ਨਾ ਦਾ ਸੂਰਜ ਤਪੇ, ਉਹਨਾਂ ਦਾ ਅੰਦਰ ਕਤੀ ਨਹੀਂ ਤਪਦਾ, ਕਿਉਂਕਿ ਅੰਦਰ ਨਾਮ ਟਿਕਿਆ ਹੋਇਆ ਹੈ। ਦੋ ਅਰਥ ਹੋ ਗਏ ਨਾ ਜੀ। ਇੱਕ ਬਾਹਰ ਮੁਖੀ, ਥੋੜੀ ਜਿਹੀ ਇੱਕ ਬੇਨਤੀ ਹੈ।
बड़ी बारी इत्थे अर्ज की, ये शरीर तो बड़ी रब की मेहर जी। असी सारे कथा ही इतों शुरू करने, भई प्राप्त मानुख दे गुरिया, मानस जन्म दुलंभ गुरमुख पाया, मानस जन्म दुलंभ कह होए ना बारै बार। ये शरीर वाहिगुरू की बड़ी कीमती दात है, ਇਹਦੀ ਵਰਤੋਂ ਬੰਦੇ ਨੇ ਕਰਨੀ ਹੈ ਜੀ। ਕਿਸੇ ਨੇ ਇਹਨੂੰ ਜ਼ਹਿਰ ਬਣਾ ਲੈਣਾ, ਕਿਸੇ ਨੇ ਦੇਹੀ ਨੂੰ ਅੰਮ੍ਰਿਤ ਬਣਾ ਲੈਣਾ। ਇਸ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਕਿਸੇ ਨੇ ਜ਼ਹਿਰ ਬਣਾਉਣਾ ਹੈ, ਇਹਨੂੰ ਸਾਰੀ ਜ਼ਿੰਦਗੀ ਭੋਗਾਂ ਵਿੱਚ ਗਾਲ ਦੇਣਾ ਹੈ। ਕਿਸੇ ਨੇ ਆਤਮ ਮਿਲਾਪ ਵਿੱਚ ਇਹਨੂੰ ਲੈ ਜਾਣਾ ਹੈ। ਸਰੀਰ ਇਹੀ ਹੈ, ਸੁਰਤ ਇਹੀ ਹੈ, ਬਾਹਰ ਮੁਖੀ ਵੀ ਰਹੇਗੀ, ਅੰਤਰਮੁਖੀ ਵੀ ਰਹੇਗੀ। ਇੱਥੇ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣਾ। अंगूर ने है ना, इधर अपने कैलीफोर्निया किन्ने अंगूर होंगे ने, तो थां थां ते कुछ खाण वाले भी ने ते कुछ नशा बनाने वाले भी ने। हाँ जी, तो उन्होंने तो लिख के भी लाया होंगे भी जिन्हें ਇਹਦਾ टेस्ट करना है। ਜਦੋਂ ਆਪਾਂ ਜਾਂਦੇ ਲੰਘਨੇ ਬੋਰਡ ਲੱਗੇ ਹੁੰਦੇ ਆ ਨਾ, ਤੇ ਮੈਨੂੰ ਉੱਥੇ ਭਾਈ ਸਾਹਿਬ ਦੀ ਇੱਕ ਰਚਨਾ ਯਾਦ ਆਉਂਦੀ ਹੈ। ਉਹ ਕਹਿੰਦੇ ਨੇ ਅੰਗੂਰ, ਸੰਤਰਾ, ਸੱਚ ਏਵ ਮੌਸਮੀ, ਇਹ ਰੱਬ ਨੇ ਮਿੱਟੀ ਚੋਂ ਰਸ ਭਰਿਆ। ਹੁਣ ਤੇਰੀ ਮਰਜ਼ੀ ਏ, ਇਹਨਾਂ ਨੂੰ ਭਾਂਡੇ 'ਚ ਰੱਖ ਕੇ ਗਾਲ ਕੇ ਤੂੰ ਜ਼ਹਿਰ ਬਣਾਉਣਾ ਹੈ। ਤੇਰੀ ਮਰਜ਼ੀ ਏ, ਇਸ ਰਸ ਨਾਲ ਕਿਸੇ ਬਿਮਾਰੀ ਦਾ ਇਲਾਜ ਕਰਨ ਲਈ ਦਵਾਈ ਬੁਲਾ ਲੈਣੀ ਹੈ। ਬਣਾਇਆ ਤਾਂ ਉਹਨੇ ਪੰਜਾਬੀ ਦੀਆਂ ਸਤਰਾਂ ਨੇ, ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਭਾਈ ਵੀਰ ਸਿੰਘ ਜੀ, ਬੜੇ ਪੰਜਾਬੀ ਸ਼ਬਦ ਨੇ। ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ। ਤੂੰ ਉਹ ਤੋੜ ਮੱਟ ਵਿੱਚ ਪਾਏ, ਰੱਖ ਰੱਖ ਕੇ ਤਰਕਾਏ। ਦੁੱਖ ਦੇਵੇ ਦਾਰੂ ਉਸ ਵਿੱਚੋਂ, ਤੂੰ ਹਨ ਆਪ ਚੁਆਏ। ਜੇ ਹੁਣ ਕਹੇ ਜੀ ਮੇਰਾ ਕਸੂਰ ਨਹੀਂ, ਇਹ ਅੰਗੂਰ ਕਿਉਂ ਬਣਾਏ ਸਨ ਰੱਬ ਨੇ, ਇਹਦਾ ਕਸੂਰ ਕਹਿੰਦੇ ਨਾ, ਉਹਨੇ ਬਣਾਤੇ। ਯਾਦ ਰੱਖਿਓ, ਉਹਨੇ ਤਾਂ ਕਲਮ ਵੀ ਬਣਾਈ, ਉਹਨੇ ਸ਼ਾਹੀ ਵੀ ਦਿੱਤੀ, ਕਾਗਜ਼ ਵੀ ਦਿੱਤਾ। ਇੱਕ ਬੰਦਾ ਇਹ ਵੀ ਜਿਹੜਾ ਸਾਰੀ ਜ਼ਿੰਦਗੀ ਵਾਸ਼ਨਾ ਲਿਖੀ ਗਿਆ, ਦੂਜਾ ਇਹ ਵੀ ਜਿਹੜਾ ਸਾਰੀ ਜ਼ਿੰਦਗੀ ਸਿਫਤ ਲਿਖੀ ਗਿਆ। ਹੱਥ ਦੀ ਵਰਤੋਂ ਕਿਵੇਂ ਕੀਤੀ? ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਜੀ ਦੇਖੋ ਬਾਹਰ ਤਪਦਾ ਹੈ, ਗੁਰਮੁਖ ਥੋੜਾ ਧਿਆਨ ਦੇ ਅੱਜ ਬੇਟਾ, ਇਕਾਗਰਤਾ। ਜਿਹੜੀ ਅੰਦਰ ਦੀ ਤਪਸ਼ ਹੈ ਉਹ ਬੜੀ ਖਤਰਨਾਕ ਹੈ। ਇਕੱਲਾ ਇੱਥੇ ਅੰਦਰ ਹਾਰਟ ਹੀ ਨਹੀਂ, ਕੱਲੇ ਸਾਡੇ ਆ ਫੇਫੜੇ, ਲੰਗਸ ਹੀ ਨਹੀਂ, ਆ ਬਲੱਡ ਪ੍ਰੈਸ਼ਰ ਤਾਂ ਚੈੱਕ ਹੋ ਜਾਏਗਾ, ਸ਼ੂਗਰ ਤਾਂ ਚੈੱਕ ਹੋ ਜੂਗੀ। ਆ ਗੁਰਮੁਖੋ ਆਇਰਨ, ਦੂਜਾ ਕੁਝਾ ਵਿਟਾਮਿਨ ਵਿਟੂਮਿਨ ਸਾਰੇ ਫੋਟੋਆਂ ਦੱਸ ਦਿੰਦੀਆਂ ਨੇ, ਤੇ ਜਿਹੜੀਆਂ ਅੰਦਰ ਅੱਗ ਦੀਆਂ ਲਹਿਰਾਂ ਚੱਲਦੀਆਂ ਪਈਆਂ ਨੇ ਉਹ ਕੰਪਿਊਟਰ ਵੀ ਕੋਈ ਨਹੀਂ ਦੱਸਦਾ। ਇੱਕ ਤਾਂ ਪਾਠ ਤੁਸੀਂ ਹੁਣੇ ਕਰਕੇ ਹਟੇ ਹੋ ਮਹਾਰਾਜ ਜੀ ਦਾ ਜੀ, ਤਿਤ ਸਰਵਰੜੈ ਭਈਲੇ ਨਿਵਾਸਾ, ਆਸਾੜ ਤਪੰਦਾ। ਮੈਂ ਸਿਰਫ ਤਪਸ਼ ਤੇ ਜੇ ਆਸਾੜ ਤਪੰਦਾ ਤਿਸ ਲੱਗੈ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਪਿਆਰਿਓ, ਅਸੀਂ ਸਰੋਵਰ 'ਚ ਰਹਿ ਰਹੇ ਹਾਂ, ਸਰਵਰੜੈ, ਆ ਨਿੱਕਾ ਜਿਹਾ ਸਰੋਵਰ ਸੰਸਾਰ, ਇਹਦੇ ਬਾਹਰ ਦੇ ਸਰੋਵਰ 'ਚ ਪਾਣੀ ਹੈ। ਇਸ ਸਰੋਵਰ ਦੇ ਵਿੱਚ ਵਾਸ਼ਨਾ ਤੇ ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ ਨੇ, ਪਰ ਦਿਸਦੀਆਂ ਕੋਈ ਨਹੀਂ। ਤੇ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੈ ਕੀਆ। ਪੰਕਜ ਮੋਹ ਪੱਗ ਨਹੀਂ ਚਾਲੈ, ਖਮ ਦੇਖਾ ਤੈ ਡੂਬੀ ਅਲੇ। ਇੱਕ ਹੋਰ ਬਚਨ ਹੈ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਫਿਰ ਮੈਂ ਬੇਨਤੀ ਕਰਾਂਗਾ, ਕਿਉਂਕਿ ਗੁਰਬਾਣੀ ਦੀ ਕਥਾ ਮੈਂ ਖੌਮੇ 'ਚ ਨਹੀਂ ਕਹਿੰਦਾ, ਵਾਹਿਗੁਰੂ ਜੀ ਮੈਨੂੰ ਬਖਸ਼ ਦਿਆ ਜੇ, ਗੁਰਬਾਣੀ ਨੂੰ ਗੁਰਬਾਣੀ ਨਾਲ ਖੋਲਣ ਦਾ ਰਸ ਤੇ ਸੁਣਦਾ ਉਹਨੂੰ ਆਏਗਾ ਜਿਹੜਾ ਗੁਰਬਾਣੀ ਦਾ ਜਾਣਕਾਰ ਹੋਵੇਗਾ। ਮੈਂ ਹਰ ਥਾਂ ਕਹਿੰਦਾ ਹੁੰਦਾ, ਕਿਉਂਕਿ ਬਾਕੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ। ਮੈਂ ਵੀ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਤਵਾਰੀਖ ਆਪ ਨਾਲ ਸਾਂਝੀ ਕਰਾਂਗਾ, ਪਰ ਮੈਨੂੰ ਯਾਦ ਹੈ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਇੱਕ ਵਾਰੀ ਗੱਲ ਕਹੀ, ਦੋ ਗੱਲਾਂ। ਇੱਕ ਤੇ ਕਿਸੇ ਕਿਹਾ ਜੀ ਕਵਿਤਾ ਬੜੀ ਛੇਤੀ ਚੇਤੇ ਹੁੰਦੀ, ਸ਼ਬਦ ਨਹੀਂ ਚੇਤੇ ਹੁੰਦਾ। ਹਾਂਜੀ, ਉਹਨਾਂ ਨੇ ਹੱਸ ਕੇ ਕਿਆ ਕਹਿਣ ਲੱਗੇ, ਹੌਲੀ ਪੰਡ ਤਾਂ ਜਣਾ ਖਣੇ ਗੋਡਾ ਮਾਰ ਕੇ ਕੱਲਾ ਚੁੱਕ ਲੈਂਦਾ, ਭਾਰੀ ਚੁੱਕਣ ਵਾਸਤੇ ਦਮ ਚਾਹੀਦਾ। ਹਾਂਜੀ, ਅਗਲੀ ਗੱਲ ਉਹਨੇ ਇੱਕ ਹੋਰ ਕੀਤੀ, ਮਹਾਰਾਜ ਗੁੱਡੀ ਚੜ੍ਹਨੀ ਚਾਹੀਦੀ ਉੱਚੀ। ਕਹਿਣ ਲੱਗੇ ਡੋਰ ਤੇਰੇ ਪੱਲੇ ਕੋਈ ਨਹੀਂ, ਗੁੱਡੀ ਤੂੰ ਅਸਮਾਨ ਚੜ੍ਹਾਣੀ ਚਾਹੁੰਦਾ? ਡੋਰ ਤੋਂ ਬਿਨਾਂ ਗੁੱਡੀਆਂ ਚੜ੍ਹਦੀਆਂ ਨੇ? ਕਹਿੰਦਾ ਮੈਂ ਸਮਝਿਆ ਨਹੀਂ। ਕਹਿਣ ਲੱਗੇ ਗੁੱਡੀਆਂ ਉਹਨਾਂ ਦੀਆਂ ਉੱਚੀਆਂ ਚੜ੍ਹਦੀਆਂ ਨੇ ਜਿਨ੍ਹਾਂ ਦੇ ਨਿਤਨੇਮ ਦੀਆਂ ਡੋਰੀਆਂ ਲੰਮੀਆਂ ਹੁੰਦੀਆਂ ਨੇ। ਮੈਂ ਆਪ ਨੂੰ ਜਿਹੜੀ ਬੇਨਤੀ ਕਰਾਂ, ਹੁਣ ਉਹ ਚਾਰ ਅੱਗਾਂ ਕਿਹੜੀਆਂ ਨੇ ਜੀ ਜਿਹੜੀਆਂ
ਹਰ ਸਰੀਰ ਵਿੱਚ ਨੇ, ਪਰ ਬੰਦਗੀ ਵਾਲੇ ਚ ਨਹੀਂ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਆਸਾੜ ਤਪੰਦਾ ਤਿਸ ਲੱਗੈ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਦਾ ਅਰਥ ਹੈ ਹਿੰਸਾ। ਹਿੰਸਾ ਦਾ ਅਰਥ ਬਾਹਰ ਮੁਖੀ ਮਾਰਨਾ, ਬੋਲਾਂ ਨਾਲ ਹਿੰਸਾ ਕਰਨੀ, ਕਿਉਂਕਿ ਹਿੰਸਾ ਦੇ ਕਈ ਰੂਪ ਨੇ। ਹਿੰਸਾ ਕਰਨੀ ਹੰਸਿਆਰੀ ਬਿਰਤੀ ਜੀ, ਜਿਹਨੂੰ ਕਠੋਰ ਕਹਿ ਲਓ, ਜ਼ਾਲਮ ਬਿਰਤੀ। ਖੇਤ ਦਾ ਅਰਥ ਹੈ ਮੋਹ। ਹੰਸ ਖੇਤ ਲੋਭ, ਲੋਭ ਦਾ ਅਰਥ ਲਾਲਚ, ਤੇ ਕੋਪ ਦਾ ਅਰਥ ਹੈ ਗੁੱਸਾ। ਹਜ਼ੂਰ ਕਹਿੰਦੇ ਨੇ ਤੇਰੇ ਅੰਦਰ ਪਿਆਰਿਆ ਇਹ ਹਿੰਸਾ ਦੀ, ਲਾਲਚ ਦੀ, ਮੋਹ ਦੀ, ਗੁੱਸੇ ਦੀਆਂ ਨਦੀਆਂ ਵਗਦੀਆਂ, ਤੇਰਾ ਅੰਦਰ ਕਿੱਥੇ ਸ਼ਾਂਤ ਹੋਣਾ। ਇਸ ਨੂੰ ਧਨਾਸਰੀ ਰਾਗ 'ਚ ਫਰਮਾਇਆ, ਜੀਓ ਤਪਤ ਖੈ ਬਾਰੋ ਬਾਰ ਆਸਾੜ ਤਪੰਦਾ ਤਿਸ ਲੱਗੈ। ਉਹਨਾਂ ਨੂੰ ਲੱਗਦਾ ਜੀਓ ਤਪਤ ਖੈ ਬਾਰੋ ਬਾਰ ਤਪ ਤਪ ਖਪੈ ਬਹੁਤ ਵਿਕਾਰ, ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਜਿਹਦੇ ਹਿਰਦੇ ਵਿੱਚੋਂ ਨਾਮ ਭੁੱਲ ਜਾਏਗਾ ਪਿਆਰਿਓ, ਅੱਗ ਹੀ ਹੈ ਸਾਰੀ ਨਾ। ਪਰ ਇਹ ਠੰਡ ਕਿਵੇਂ ਪੈ ਸਕਦੀ ਹੈ? ਕੋਈ ਦੁਨੀਆ ਦੀ ਤਾਕਤ, ਮੰਨ ਲਓ ਬੰਦਾ ਅੰਦਰੋਂ ਤਪਿਆ, ਉਹਨੂੰ ਏਸੀ ਅੱਗੇ ਬਹਾ ਦਿਓ, ਫਰੀਜ਼ਰ 'ਚ ਵਾੜ ਦਿਓ, ਠੰਡਾ ਹੋ ਕੇ ਬਾਹਰ ਨਿਕਲੂਗਾ? ਅੰਦਰ ਦੀ ਅੱਗ ਮੱਚਦੀ ਪਈ ਹੈ। ਬਾਹਰ ਦੀਆਂ ਤਪਸ਼ ਨੂੰ ਮਿਟਾਉਣ ਦੇ ਬੜੇ ਸਾਧਨ ਆ, ਅੰਦਰ ਦੀ ਅੱਗ ਨੂੰ ਕੇਵਲ ਨਾਮ ਬੁਝਾ ਸਕਦਾ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਪਰਸ਼ੀਅਨ ਦਾ ਸ਼ਬਦ ਹੈ ਆਤਿਸ਼। ਆਤਿਸ਼ ਗੁਰੂ ਸਾਹਿਬ ਕਹਿੰਦੇ ਨੇ ਅੱਗ ਜਿਹੜੀ ਹੈ ਦੁਨੀਆ ਹੈ, ਦੁਨੀਆ 'ਚ ਅੱਗ ਬਲੀ ਪਈ। ਖੁਨਕ ਨਾਮ ਖੁਦਾਇਆ, ਜੇ ਠੰਡ ਕੋਈ ਪਹੁੰਚਾ ਸਕਦਾ ਸਿਰਫ ਵਾਹਿਗੁਰੂ ਦਾ ਨਾਮ। ਕਲ ਤਾਤੀ ਠੰਡ ਆਖਰ ਨਾ। ਮਹਾਰਾਜ ਨੇ ਫਰਮਾਇਆ ਕਿ ਤਪਸ਼, ਹੁਣ ਉਹ ਤਪਸ਼ ਬਾਹਰ ਮੁਖੀ ਬੜੇ ਖਡਾਵੇ ਨੂੰ ਭੇਜਿਆ, ਸਪੇਰੇ ਨੂੰ ਭੇਜਿਆ। ਮਹਾਰਾਜ ਨੇ ਤਾਂ ਜ਼ਿਕਰ ਵੀ ਕੀਤਾ, ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੁਆ ਹੋਏ ਕਹਿ। ਸੋ ਦੁਸ਼ਟ ਸ਼ਬਦ ਵਰਤਿਆ ਉਹਦੇ ਲਈ ਬਾਣੀ 'ਚ। ਮਹਾਰਾਜ ਬਿਲਕੁਲ ਤਪੇ ਨੇ। ਗੁਰਮੁਖੋ ਤਾਪ ਚੜ੍ਹਦਾ ਕਿ ਤਪਦੇ। ਹੁਣ ਜਿਹੜੇ ਕਈ ਸੱਜਣ ਜੀ ਜੇ ਬੁਖਾਰ 'ਚ ਨਹੀਂ ਜੀ ਅਰਦਾਸ ਨਹੀਂ ਕਰਨੀ, ਮੈਂ ਕਿਹੜੀ ਸੋਚਣਾ, ਉਹ ਕਿਹੜੀ ਸੋਚ ਆ ਗਈ ਸਾਡੇ ਕੋਲ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇ ਸਰੀਰਕ ਤੌਰ ਤੇ ਤਾਪ ਹੁੰਦਾ ਹੈ, ਜੇ ਚੇਚਕ ਨਿਕਲਦੀ ਏ, ਤੇ ਗੁਰੂ ਅਰਜਨ ਦੇਵ ਸ਼ੁਕਰਾਨੇ ਦੇ ਸ਼ਬਦ ਨਹੀਂ ਉਚਾਰਨ ਕਰਦੇ? ਵੱਡੀ ਆਰਜਾ ਹਰ ਗੋਬਿੰਦ ਕੀ, ਜਾਂ ਹਰ ਗੋਬਿੰਦ ਨਵਾਂ ਨਰੋਵਾ। ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ, ਸੀਤਲਾ ਤੇ ਰੱਖਿਆ ਬਿਖਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ। ਮਹਾਰਾਜ ਜੀ ਜੋ ਮਰਜੀ ਵਧੀਕੀ ਹੋਈ, ਸੱਚੀ ਮੁੱਚੀ ਗੁਰੂ ਅਰਜਨ ਦੇਵ ਕਦੀ ਨਹੀਂ ਤਪੇ, ਕਿਉਂਕਿ ਉਹ ਠੰਡ ਦੇ ਘਰ ਨੇ। ਸਾਡੇ ਇੱਕ ਵਿਦਵਾਨ ਕਹਿੰਦੇ ਸਨ ਕਿ ਗੁਰੂ ਅਰਜਨ ਦੇਵ ਜੀ ਨੂੰ ਸੋਰਠ 'ਚ ਪੜ੍ਹੋ, ਬਿਲਾਵਲ 'ਚ ਪੜ੍ਹੋ, ਗੌੜੀ 'ਚ ਪੜ੍ਹੋ, ਕਿਤੇ ਵੀ ਪੜ੍ਹੋ, ਇੱਕ ਸ਼ਬਦ ਪੜ੍ਹੋ, ਤਪਦੇ ਹੋਏ ਅੰਦਰ ਨੂੰ ਠੰਡ ਪਾ ਦਿੰਦੇ ਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੀ ਤਾਲੀਮ ਦੀ ਸ਼ੁਰੂਆਤ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ। ਆਪ ਸਭ ਨੂੰ ਪਤਾ ਹੈ ਪਹਿਲੀ ਗੁਰਮੁਖੀ ਉਹਨਾਂ ਪੜ੍ਹਾਈ। ਤੇ ਮੈਂ ਪ੍ਰਬੰਧਕ ਵੀਰਾਂ ਨੂੰ ਇੱਕ ਜ਼ਰੂਰ ਬੇਨਤੀ ਕਰਾਂਗਾ ਕਿ ਜਿੱਥੇ ਤੁਸੀਂ ਬੋਰਡ 'ਤੇ ਆਪਣੇ ਲਾਉਂਦੇ ਹੋ ਕੈਲੰਡਰ ਜਾਂ ਦੂਜੀਆਂ, ਇੱਥੇ ਨਾ 35 ਲਿਖ ਕੇ ਜ਼ਰੂਰ ਲਾਓ। ਇਹ ਅਕਾਲ ਤਖਤ ਸਾਹਿਬ ਤੋਂ ਆਇਆ ਜੀ ਵੀ ਗੁਰੂ ਅੰਗਦ ਸਾਹਿਬ ਦਾ ਗੁਰਿਆਈ ਦਿਹਾੜਾ ਹੈ, ਉਹ ਗੁਰਮੁਖੀ ਦਿਵਸ ਮਨਾਇਆ ਜਾਏਗਾ। ਉਸ ਵਕਤ ਚਲੋ ਪ੍ਰਬੰਧਕ ਵੀਰ ਘਰ ਆਏ, ਸਟੇਜ 'ਤੇ ਕੋਈ ਲੁਕਾਉਣ ਵਾਲੀ ਗੱਲ ਨਹੀਂ। ਮੈਂ ਇਹ ਬੇਨਤੀ ਕੀਤੀ ਕਿਉਂਕਿ ਜੇ ਗੁਰਮੁਖੀ ਨਾ ਪੜ੍ਹਨੀ ਆਈ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਨਹੀਂ ਹੋ ਸਕਣਾ। ਮੈਂ ਪੰਜਾਬੀ ਨਹੀਂ ਕਹਿ ਰਿਹਾ, ਕਿਉਂਕਿ ਪੰਜਾਬੀ ਤਾਂ ਸ਼ਾਹਮੁਖੀ 'ਚ ਵੀ ਲਿਖਦੇ ਆ, ਫਾਰਸੀ ਵਿੱਚ ਵੀ ਲਿਖੀ ਜਾਂਦੀ। ਹੁਣ ਤੁਸੀਂ ਯੂਪੀ ਜਾਓ, ਜਦੋਂ ਯੂਪੀ ਮੈਂ ਕਥਾ ਕਰਨ ਜਾਣਾ, ਦੇਵਨਾਗਰੀ 'ਚ ਪੰਜਾਬੀ ਲਿਖੀ। ਨਹੀਂ, ਗੁਰਮੁਖੀ ਬਹੁਤ ਜ਼ਰੂਰੀ ਹੈ। ਤੇ ਹਰ ਗੁਰਦੁਆਰੇ ਵਿੱਚ ਇਹ ਮੈਂ ਹਰ ਥਾਂ ਕਹਿ ਰਿਹਾ ਕਿ ਇੱਕ ਫੱਟੀ ਰਾਈ ਬਣਾ ਕੇ ਨਾ ਜੀ 35 ਅੱਖਰੀ, 35 ਕਿਉਂਕਿ ਅੱਜ 41 ਹੋ ਗਏ ਨੇ। ਸੱਸੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਲੱਲੇ ਪੈਰ ਬਿੰਦੀ। ਗੁਰੂ ਸਾਹਿਬ ਦੇ ਵੇਲੇ ਨਹੀਂ ਸੀ ਇਹ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਿਤੇ ਵੀ ਪੈਰ ਦੇ ਵਿੱਚ ਬਿੰਦੀ ਨਹੀਂ, ਥੱਲੇ ਬਿੰਦੀ ਨਹੀਂ, 35 ਅੱਖਰ ਹੋ। ਤੇ ਉਸ ਤੋਂ ਇਲਾਵਾ ਜਿਹੜੀ ਅੰਕਾਵਲੀ ਹੈ, ਧਿਆਨ ਦਿਆ ਜੀ, ਗੁਰੂ ਗ੍ਰੰਥ ਸਾਹਿਬ ਦੀ ਅੰਕਾਵਲੀ ਅੰਕ ਜਿਹੜੇ ਨੇ, ਜਿਹਨੂੰ ਆਪਾਂ ਅੰਗ ਕਹਿੰਦੇ ਆ, ਅੰਕ ਗੁਰੂ ਗ੍ਰੰਥ ਸਾਹਿਬ ਦਾ ਨਾ ਦੇਵਨਾਗਰੀ ਨਾਲ ਮੇਲ ਖਾਂਦਾ, ਰੋਮਨ ਨਾਲ ਤੇ ਮੇਲ ਹੀ ਕੀ ਖਾਣਾ ਹੈ। ਕਿਉਂਕਿ ਜਿਹੜੇ ਅੰਕ ਸਮਝ ਗਏ ਨੇ, 1 2 3, ਇਹ ਅਸਲ 'ਚ ਗੁਰਮੁਖੀ 'ਚੋਂ ਨਿਕਲੇ ਆ।
ਇਹ ਜਿਹੜੇ ਅੰਕ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ 1 2 3 ਇੱਕਾ ਦੂਆ ਤੀਆ ਵੀ ਆਪਾਂ ਕਹਿੰਦੇ ਆ। ਗੁਰਮੁਖੋ, ਜਿਹੜੀ ਈੜੀ ਉਹਦੇ ਵਿੱਚੋਂ ਗੁਰੂ ਜੀ ਨੇ 1 ਬਣਾਇਆ ਹੈ, ਦੱਦੇ ਦਾ 2 ਬਣਾਇਆ ਹੈ, ਤੱਤੇ ਦਾ 3 ਬਣਾਇਆ ਹੈ, ਚੱਚੇ ਵਿੱਚੋਂ 4 ਬਣਾਇਆ ਹੈ, ਪੱਪੇ ਵਿੱਚੋਂ 5 ਬਣਾਇਆ ਹੈ, ਛੱਛੇ ਵਿੱਚੋਂ 6 ਬਣਾਇਆ ਹੈ, ਸੱਸੇ ਵਿੱਚੋਂ 7 ਬਣਾਇਆ ਹੈ, ਟੈਂਕੇ ਵਿੱਚੋਂ ਅਸੀਂ ਵੇਖਦੇ ਹਾਂ 8 ਬਣਾਇਆ ਹੈ। ਕੋਈ ਟੈਂਕਾ ਤੇ ਠੱਠਾ ਕਹਿੰਦੇ ਆ। ਤੇ ਨੰਨੇ ਵਿੱਚੋਂ ਕਈ ਸੱਜੇ ਕਹਿੰਦੇ ਨਾਣਾ ਲਿਖੋ, ਇਹਦੇ ਵਿੱਚੋਂ ਸਤਿਗੁਰਾਂ ਨੇ 9 ਬਣਾਇਆ। ਇਹ ਸਾਡੇ ਜਿਹੜੇ ਲਿਪੀ ਦੇ ਮਾਹਿਰ ਵਿਦਵਾਨ ਨੇ ਉਹ ਕਹਿੰਦੇ ਆ ਵੀ ਸਤਿਗੁਰਾਂ ਨੇ ਅੱਖਰ ਵੀ ਆਪਣੇ ਦਿੱਤੇ ਆ ਤੇ ਅੰਕਾਵਲੀ ਵੀ ਆਪਣੀ ਦਿੱਤੀ ਹੈ। ਤੇ ਸਾਡੀ ਨਿਆਰੇਪਨ ਦੀ ਇੱਕ ਨਿਸ਼ਾਨੀ ਇਹ ਜੇ, ਉਂਝ ਠੀਕ ਹੈ ਅਸੀਂ ਕਹੇ ਜਾਵਾਂਗੇ ਵੀ ਬੱਚਿਆਂ ਨੂੰ ਇੱਥੇ ਬਾਣਾ, ਬੱਚਿਆਂ ਨੂੰ ਗੱਤਕਾ, ਬੜੀ ਚੰਗੀ ਗੱਲ ਹੈ, ਤਾਲੀਮ, ਪਰ ਇਹ ਗੱਲ ਯਾਦ ਰੱਖਿਓ, ਗੁਰਮੁਖੀ ਜ਼ਰੂਰ ਪੜ੍ਹਾਇਓ, ਕਿਤੇ ਅੰਦਰੋਂ ਗੋਰੇ ਨਾ ਹੋ ਜਾਣ। ਇਹ ਸੱਚਾਈ ਹੈ। ਵਿਪਰ ਕੀ ਰੀਤ ਆਪਾਂ ਕਹਿੰਦੇ ਉੱਤੇ ਖਾ ਗਈ ਜੀ, RS ਖਾ ਗਈ, ਦੂਜਾ ਖਾ ਗਿਆ, ਤੀਜਾ ਖਾ ਗਿਆ, ਤੇ ਇੱਥੇ ਕੀ ਬਣ ਗਿਆ ਆਪਣਾ। ਇਸ ਕਰਕੇ ਮੇਰੀ ਬੇਨਤੀ ਹੈ, ਗੁਰਮੁਖੀ, ਹਾਂ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਮੈਂ ਵਿਸ਼ੇ ਤੇ ਰਹਾ, ਬਾਬਾ ਬੁੱਢਾ ਸਾਹਿਬ ਨੇ ਗੁਰਮੁਖੀ ਸਿਖਾਈ। ਅੱਜ ਮੇਰੇ ਮਨ ਸੀ ਅਸੀਂ ਗੁਰੂ ਸਾਹਿਬ ਦੀਆਂ 2 ਕਿਰਪਾਨਾਂ ਦਾ ਜ਼ਿਕਰ ਕਰਨੇ ਆ, ਅਕਾਲ ਤਖਤ ਦਾ ਜ਼ਿਕਰ ਕਰਨੇ ਆ, ਬੰਦੀ ਛੋੜ ਦਾ ਜ਼ਿਕਰ ਕਰਨੇ ਆ, ਕਿ ਸਭ ਤੋਂ ਜ਼ਿਆਦਾ ਜੇ ਕਿਸੇ ਗੁਰੂ ਸਾਹਿਬਾਨ ਦੇ ਪੁਰਬ ਮਨਾਏ ਜਾਂਦੇ ਨੇ, ਦਿਹਾੜੇ ਮਨਾਏ ਜਾਂਦੇ ਨੇ, ਉਹ ਕੇਵਲ ਤੇ ਕੇਵਲ ਗੁਰੂ ਹਰਗੋਬਿੰਦ ਸਾਹਿਬ ਦੇ। ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਦਿਵਸ, ਗੁਰੂ ਹਰਗੋਬਿੰਦ ਸਾਹਿਬ ਦਾ ਗੁਰਿਆਈ ਦਿਵਸ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਕਾਲ ਤਖਤ ਦੀ ਸਿਰਜਣਾ, ਗੁਰੂ ਹਰਗੋਬਿੰਦ ਸਾਹਿਬ ਦੇ ਸ਼ਸਤਰ ਧਾਰਨ ਕਰਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ। ਕਿੰਨੇ ਦਿਨ ਮਨਾਉਂਦੇ ਆ ਮਹਾਰਾਜ ਜੀ ਦੇ ਆਪਾਂ। ਪਿਆਰਿਓ, ਜਿੱਥੇ ਸਤਿਗੁਰੂ ਬੜ ਸੂਰਮੇ ਨਾ ਜੀ, ਬਹੁਤ ਵੱਡੇ ਸੂਰਮੇ ਨੇ। ਕਈ ਵਾਰੀ ਤੁਹਾਨੂੰ ਬੇਨਤੀ ਕੀਤੀ, ਕੱਦ ਕਾਠ ਕਿੰਨਾ ਹੈ, ਘੋੜਾ 3 ਘੰਟੇ ਤੋਂ ਵੱਧ ਨਹੀਂ ਕੱਢ ਸਕਦਾ। ਉੱਥੇ ਕਿੰਨੇ ਪਿਆਰ ਦੇ। ਅੱਜ ਮੇਰੇ ਮਨ ਸੀ 2 ਉਦਾਹਰਨਾਂ, 2 ਜਾਂ 3। ਤੁਸੀਂ ਦੇਖੋ ਗੁਰੂ ਹਰਗੋਬਿੰਦ ਸਾਹਿਬ ਕਿੰਨੀ ਮੁਹੱਬਤ ਕਰਦੇ ਆ। ਜਿਹੜਾ ਫੁਰਨਾ ਹੈ ਨਾ ਜੀ, ਜਿਹਨੂੰ ਆਪ ਖਿਆਲ ਕਹਿ ਰਹੇ ਹੋ, ਥਾਟ ਕਹਿੰਦੇ ਅੰਗਰੇਜ਼ੀ 'ਚ ਨਾ, ਉਹ ਪਿਆਰਿਓ, ਦੁਨੀਆ ਦਾ ਕੋਈ ਜੰਤਰ ਵੀ, ਨਾ ਫੋਨ, ਨਾ ਮੈਸੇਜ, ਕੋਈ ਵੀ ਇੰਨੀ ਜਲਦੀ ਰਫਤਾਰ ਨਾਲ ਕੰਮ ਨਹੀਂ ਕਰਦਾ ਜਿੰਨੀ ਜਲਦੀ ਖਿਆਲ ਕੰਮ ਕਰਦਾ ਹੈ। ਸੱਚੀ ਤੁਸੀਂ ਦੇਖਿਓ, ਖਿਆਲ ਪੈਦਾ ਹੁੰਦਾ ਹੈ ਨਾ, ਨਾਲ ਹੀ ਫੋਨ ਆ ਜਾਂਦਾ, ਨਾਲ ਹੀ ਕਹਿੰਦੇ ਮੈਂ ਤੈਨੂੰ ਚੇਤੇ ਕਰਦਾ ਸਾਂ ਹੁਣ ਜੇ। ਚੇਤੇ ਕਿ ਐਵੇਂ ਨਹੀਂ, ਕਿਉਂਕਿ ਜਿਹੜਾ ਖਿਆਲ ਹੈ, ਜਿਹਦੇ ਨਾਲ ਅੰਦਰ ਜੁੜਿਆ ਹੋਵੇ, ਖਿਆਲ ਉੱਥੇ ਕੰਮ ਕਰਦਾ। ਖਿਆਲ ਹੀ ਤਾਂ ਸਾਰੀ ਰੂਹਾਨੀਅਤ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਨੇ, ਪੰਜਾਬ ਦੀ ਧਰਤੀ। 3 ਘਟਨਾਵਾਂ ਵੈਸੇ ਤੇ ਬਹੁਤ ਨੇ, ਖਾਸ ਕਰਕੇ ਭਾਈ ਸਾਧੂ ਤੇ ਭਾਈ ਰੂਪਾ ਮਾਲਵਾ ਧਾਰ ਰਹੇ ਨੇ ਮਹਾਰਾਜ। ਤੇ ਭਾਈ ਸਾਧੂ ਆਪ ਨੂੰ ਪਤਾ ਸੀ ਇਹ ਸਿੱਖ ਦੇ ਘਰ ਵਿਆਹਿਆ। ਇਹਦੇ ਬਜ਼ੁਰਗ ਜਿਹੜੇ ਸਨ, ਇਹ ਸਾਰੇ ਸਰਵਰ ਨੂੰ ਮੰਨਦੇ ਸਨ, ਕਬਰਾਂ ਨੂੰ ਮੰਨਦੇ ਸਨ, ਜਿਵੇਂ ਅੱਜ ਵੀ ਪੰਜਾਬ ਵਿੱਚ ਮੰਨਦੇ ਆ। ਹਾਂਜੀ, ਉਹ ਸ਼ਬਦਾਵਲੀ ਵੀ, ਉਹ ਸਭ ਕੁਝ। ਇਹ ਜਦੋਂ ਵਿਆਹ ਹੋਇਆ ਨਾ, ਤੇ ਇਹ ਬੱਚੀ ਜਿਹੜੀ ਸੀ, ਇਹ ਬਾਣੀ ਪੜ੍ਹਨ ਵਾਲੀ ਲੜ ਲੱਗ ਗਈ ਕਬਰਾਂ ਨੂੰ ਪੂਜਣ ਵਾਲਿਆਂ ਦੀ। ਇਤਿਹਾਸ ਕਹਿੰਦਾ ਮਹਾਰਾਜ ਡਰੌਲੀ ਲੁਕੇ ਹੋਏ ਸਨ ਮਾਲਵੇ, ਤਿਆਰੀ ਸੀ, ਸਾਰੀ ਤਿਆਰੀ ਜਾਣ ਦੀ। ਭਾਈ ਬਿਧੀ ਚੰਦ ਜੀ ਨੂੰ ਕਹਿੰਦੇ ਅੱਜ ਨਹੀਂ ਜਾਵਾਂਗੇ, ਕੱਲ ਨੂੰ ਜਾਵਾਂਗੇ। ਕਿਸੇ ਨੇ ਥੋੜਾ ਪੁੱਛਣਾ ਸੀ ਕਿਉਂ ਜੀ, ਸਮਾਨ ਲਦਾ ਕੇ। ਫਿਰ ਕਹਿਤਾ ਨਹੀਂ, ਉਹ ਸ਼ਾਮ ਫਿਰ ਉਹ ਡੋਲੀ ਬੱਚੀ ਦੀ ਉਸ ਪਿੰਡ 'ਚ ਆਈ। ਮਨ 'ਚ ਅਰਦਾਸ ਕਰੀ ਜਾ, ਸਤਿਗੁਰੂ ਮਾਪਿਆਂ ਨੇ ਬਾਣੀ ਪੜ੍ਹਾਈ, ਸੰਗਤ, ਅੱਜ ਜਿਸ ਘਰ ਚੱਲੀ ਹੈ ਕਬਰਾਂ ਪੂਜਦੇ ਆ, ਪਰ ਭਰੋਸਾ ਕਰਕੇ ਤੂੰ ਸਮਰੱਥ ਹੈ, ਤੇਰੀ ਧੀ ਹਾਂ, ਮੇਰੀ ਲਾਜ ਜ਼ਰੂਰ ਰੱਖੋਗੇ। ਉਸ ਰਾਤ ਡੋਲੀ ਉੱਥੇ ਬਰਾਤ ਰੁਕ ਗਈ। ਸਵੇਰੇ ਕਹਿੰਦੇ, ਕੋਈ ਸਵੇਰੇ ਕੋਈ ਸ਼ਾਮੀ ਦੱਸਦੇ ਆ, ਕਹਿੰਦੇ ਸਵੇਰੇ ਕੀਰਤਨ ਦੀ ਆਵਾਜ਼ ਸੁਣਾਈ ਦਿੱਤੀ। ਉਹਨੇ ਪੁੱਛਿਆ ਵੀ ਇਹ ਕੀਰਤਨ ਦੀ ਆਵਾਜ਼? ਕਹਿਣ ਲੱਗੇ ਹਾਂ, ਇੱਥੇ ਗੁਰੂ ਹਰਗੋਬਿੰਦ ਸਾਹਿਬ ਆਏ ਹੋਏ ਆ, ਕੱਲ ਚਲੇ ਜਾਣਾ ਸੀ, ਪਤਾ ਨਹੀਂ ਅੱਜ ਰਾਤ ਰੁਕ ਗਏ ਸਨ। ਉਹਦੇ ਮਨ 'ਚ ਮੇਰੇ ਵਾਸਤੇ ਰੁਕੇ ਹੋਣਗੇ। ਕਹਾਰਾਂ ਨੂੰ ਪੈਸੇ ਦਿੱਤੇ, ਜੋ ਪਾਇਆ ਸੋਨਾ ਦੇਤਾ ਕਹਾਰਾਂ ਨੂੰ, ਕਹਿੰਦੀ ਡੋਲੀ ਉੱਥੇ ਲੈ ਜਾਓ। ਉੱਥੇ ਗਈ, ਕੀਰਤਨ ਹੋ ਰਿਹਾ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ। ਮੱਥਾ ਟੇਕਿਆ, ਸੁਹਾਗਣਾ ਵਾਲਾ ਚੋਲਾ, ਪਿੱਛੇ ਬੈਠ ਗਈ। ਹਜ਼ੂਰ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ, ਬੁਲਾਓ ਬੱਚੀ ਨੂੰ। ਇਹਦੇ ਚਿਹਰੇ ਤੇ
ਸੋਹਾ ਚੋਲਾ ਸੁਹਾਗਣਾ ਵਾਲਾ ਇਹਦਾ ਭੇਸ ਹੈ, ਕੱਪੜੇ ਨੇ, ਪਰ ਮਾਯੂਸ ਕਿਉਂ ਹੈ? ਹਜ਼ੂਰ ਦੇ ਕੋਲ ਲਿਆਂਦਾ, ਰੋ ਪਈ, ਅੰਦਰ ਫੁੱਟ ਗਿਆ। ਕਹਿੰਦੀ ਸੱਚੇ ਪਾਤਸ਼ਾਹ, ਮੈਂ ਸਿੱਖ ਦੀ ਧੀ ਹਾਂ, ਜਿਹਦੇ ਲੜ ਲੱਗੀ ਆ ਉਹ ਬਾਣੀ ਨਹੀਂ ਮੰਨਦੇ, ਉਹ ਕਬਰਾਂ ਨੂੰ ਪੂਜਦੇ ਨੇ, ਰੋਟ ਚੜਾਉਂਦੇ ਨੇ। ਸਤਿਗੁਰੂ ਕਹਿਣ ਲੱਗੇ, ਪੁੱਤਰ ਤੇਰੇ ਵਾਸਤੇ ਤਾਂ ਅੱਜ ਰੁਕਿਆ ਹੋਇਆ ਵਾ। ਇੰਨੇ ਚਿਰ ਨੂੰ ਇਹਦਾ ਘਰ ਵਾਲਾ ਆ ਗਿਆ, ਉਹਦਾ ਨਾਮ ਸੀ ਸਾਧੂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੇਖ ਕੇ ਬਚਨ ਕੀਤੇ, ਕਹਿੰਦੇ ਨੇ ਦਰਸ਼ਨ ਕਰਦਿਆਂ ਹੀ, ਮੈਂ ਸੰਖੇਪ ਜੀ ਬੇਨਤੀ ਕਰਾਂ, ਬੜਾ ਵੱਡਾ ਇਤਿਹਾਸ ਹੈ, ਦਰਸ਼ਨ ਕਰਦਿਆਂ ਹੀ ਇਹ ਝੋਗਿਆ। ਮਹਾਰਾਜ ਕਹਿੰਦੇ ਨੇ ਜਿਹਨੂੰ ਪੂਜੀਦਾ ਉਹ ਜੀ ਹੋ ਜਾਈਦਾ ਹੈ, ਮੁਰਦਿਆਂ ਨੂੰ ਪੂਜੋਗੇ ਜਿਉਂਦੇ ਮੁਰਦੇ ਹੋ ਜਾਓਗੇ, ਉਸ ਨੂੰ ਪੂਜੋ ਜਿਹਨੇ ਕਦੀ ਜਨਮ ਤੇ ਮਰਨ ਵਿੱਚ ਨਹੀਂ ਆਉਣਾ। ਚਰਨਾਂ 'ਚ ਡਿੱਗ ਪਿਆ, ਕਹਿੰਦਾ ਮਹਾਰਾਜ ਮੈਨੂੰ ਉਹ ਸਿਦਕ ਦਿਓ ਜਿਹੜਾ ਮੇਰੇ ਲੜ ਲੱਗੀ ਨੂੰ ਹੈ। ਮਹਾਰਾਜ ਜੀ ਨੇ ਉੱਤਰ ਦਿੱਤਾ, ਕਹਿਣ ਲੱਗੇ ਤੇਰਾ ਘਰ ਸਾਡਾ ਘਰ ਹੋਵੇਗਾ, ਤੇਰੇ ਘਰ 'ਚ ਅਨ ਸਿੱਖ ਪੈਦਾ ਹੋਵੇਗਾ, ਨਾਮ ਅਸੀਂ ਰੱਖਾਂਗੇ। ਪਿਆਰਿਓ, ਉਸ ਬਚਨ ਨਾਲ ਭਾਈ ਰੂਪਾ ਪੈਦਾ ਹੋਇਆ। ਆਪ ਨੂੰ ਪਤਾ ਹੋਣਾ, ਮੈਂ ਸੰਖੇਪ ਜੀ, ਜਦੋਂ ਜੰਮਿਆ ਮਾਂ ਉਹਨਾਂ ਨਾਂ ਨਹੀਂ ਰੱਖਿਆ, ਲੈ ਕੇ ਆਏ। ਹਜ਼ੂਰ ਨੇ ਦੇਖ ਕੇ ਕਿਹਾ ਬੜਾ, ਇਹ ਤਾਂ ਰੂਪ ਚੰਦ ਹੈ, ਇਹਨੇ ਰੂਪ ਵਾਲਾ। ਫਿਰ ਦੇਖੋ ਉਸ ਪਿਓ ਪੁੱਤਰ ਦਾ ਸਿਦਕ, ਕਿਉਂਕਿ ਕੰਮ ਕਰਦੇ ਸਨ ਲੱਕੜਾਂ ਦਾ, ਤੇ ਲੂ ਚੱਲੇ ਬੜੀ। ਉਦੋਂ ਨਹਿਰਾਂ ਨੂਰਾਂ ਵਾਲਾ ਕੰਮ ਥੋੜਾ ਸੀ ਮਾਲ ਵਿੱਚ, ਲੂ ਚੱਲੇ, ਰੇਤ ਉੱਠੇ, ਦੋਵੇਂ ਲੱਕੜਾਂ ਵੱਢਦੇ ਨੇ। ਪਿਓ ਨੇ ਆਵਾਜ਼ ਦਿੱਤੀ, ਰੂਪੇ ਤਰੇ ਲੱਗ ਗਈ। ਕੁੰਨੇ ਨੂੰ ਹੱਥ ਲਾਇਆ, ਤੇ ਯਾਦ ਰੱਖਿਓ ਜਿੱਥੇ ਲੂ ਜ਼ਿਆਦੀ ਲੱਗਦੀ ਸੀ, ਮਿੱਟੀ ਦੇ ਕੁੰਨਿਆਂ ਦਾ ਪਾਣੀ ਉਹਨਾਂ ਠੰਡਾ ਹੁੰਦਾ ਸੀ, ਜਿੱਥੇ ਲੂ ਚੱਲਦੀ ਸੀ। ਵੇਖਿਆ ਪਾਣੀ ਠੰਡਾ, ਕਹਿਣ ਲੱਗੇ ਪਿਤਾ ਜੀ ਪਾਣੀ ਬਹੁਤ ਠੰਡਾ ਹੈ, ਦਿਲ ਕਰਦਾ ਹੈ, ਤਰੇ ਬੜੀ ਲੱਗੀ ਏ, ਸਾਡੇ ਗਰੀਬਾਂ ਕੋਲ ਕੁਛ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਾਲਵਾ ਤਾਰਦੇ ਪਏ ਨੇ, ਜੇ ਕਿਤੇ ਅੱਜ ਇੱਥੇ ਆ ਜਾਣ, ਪਹਿਲਾਂ ਜਲ ਉਹ ਛਕਣ। ਉਹਨੇ ਕਿਹਾ ਪੁੱਤਰ ਅਰਦਾਸ ਕਰ। ਫਿਰ ਜੇ ਤੇਰਾ ਫੁਰਨਾ ਅਰਦਾਸ ਕੀਤੀ, ਬੈਠ ਗਏ। ਇਤਿਹਾਸ ਕਹਿੰਦਾ ਪਿਆਸ ਨਾਲ ਵਿਲਕਦੇ ਹੋਏ ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋ ਕੇ ਉਹਨਾਂ ਦੇ ਕੋਲ ਗਏ। ਕੱਲੇ ਆਵਾਜ਼ ਦੇ ਕੇ ਕਿਹਾ ਕਿ ਬੇਟਾ ਪਿਆਸ ਲੱਗੀ, ਪਾਣੀ ਪਿਆਓ। ਦੇਖਿਆ ਦੋਨਾਂ ਨੂੰ ਜਲ ਵੀ ਛਕਾਇਆ, ਵੀ ਛਕਿਆ। ਮਹਾਰਾਜ ਨੇ ਫਿਰ ਬਸਤਰ ਦਿੱਤੇ, ਰੂਪੇ ਨੇ ਸਿਰ ਤੇ ਚੁੱਕ ਲਏ। ਮਹਾਰਾਜ ਕਹਿਣ ਲੱਗੇ ਸਿਰ ਤੇ ਕਿਉਂ? ਕਹਿੰਦੇ ਨਹੀਂ, ਇਹ ਸਿਰ ਤੇ ਚੰਗੇ ਲੱਗਦੇ ਆ। ਫਿਰ ਸਤਿਗੁਰਾਂ ਨੇ ਮੋੜੀ ਗੱਡੀ ਰੂਪੇ ਕੇ। ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਪਿਆਰ ਭਰੀਆਂ ਘਟਨਾਵਾਂ ਕਿਤੇ ਪੜ੍ਹੋ। ਕਿੱਥੇ ਮਾਈ ਭਾਗ ਭਰੀ ਕਸ਼ਮੀਰ 'ਚ, ਜਿਹੜੇ ਸੱਜਣ ਗਏ ਹੋਣਗੇ ਸ੍ਰੀਨਗਰ, ਦਾਸ ਤਕਰੀਬਨ ਉੱਥੇ ਜਾਂਦਾ ਰਿਹਾ। ਉੱਥੇ ਮਾਧੋ ਦਾਸ ਸੋਢੀ ਪ੍ਰਚਾਰਕ ਸੀ, ਉਹਦੇ ਪ੍ਰਚਾਰ ਨੇ ਇਹਦੇ ਬੇਟੇ ਨੂੰ ਪ੍ਰਭਾਵਿਤ ਕੀਤਾ। ਇਹਦਾ ਬੇਟਾ ਸੇਵਾ ਦਾਸ, ਉਹਨੇ ਮਾਂ ਨੂੰ ਜਾਗ ਲਾਈ। ਮਾਂ ਨੇ ਆਪਣੇ ਹੱਥੀਂ ਬਹੁਤ ਕਮਾਲ ਦਾ ਗਰਮ ਚੋਲਾ ਤਿਆਰ ਕੀਤਾ ਜੀ, ਬਸਤਰ। ਅੱਖਾਂ ਤੋਂ ਰਹਿ ਗਈ ਸੀ, ਪਰ ਇਹ ਅਰਦਾਸਾਂ ਕਰਦੀ ਸੀ ਅੱਖਾਂ ਦੀ ਜੋਤ ਓਨੀ ਕੁ ਰਹਿ ਜਾਏ ਜਿੰਨੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਗਏ ਜੀ, ਉੱਥੇ ਮਾਤਾ ਨੂੰ ਕਿਹਾ ਲੈ ਚੋਲਾ ਦੇ। ਚੋਲਾ ਪਾਇਆ, ਚਰਨਾਂ ਡਿੱਗਣ ਲੱਗੀ, ਸਤਿਗੁਰਾਂ ਨੇ ਸੀਨੇ ਨਾਲ ਲਾ ਲਿਆ। ਪਿਆਰਿਓ, ਜਦੋਂ ਚੋਲਾ ਦਿੱਤਾ ਕੰਬਦੇ ਹੱਥਾਂ ਨਾਲ, ਉੱਥੇ ਗੁਰਦੇਵ ਦੇ ਚਰਨਾਂ ਵਿੱਚ ਉਹ ਸਮਾ ਗਈ ਸੀ। ਆਪ ਜੀ ਨੂੰ ਪਤਾ ਹੋਣਾ ਹੈ, ਉੱਥੇ ਉਹਦੇ ਸ੍ਰੀਨਗਰ ਹੀ ਉਹਦਾ ਸਥਾਨ ਹੈ ਜੀ। ਮੈਂ ਉੱਥੇ ਕਥਾ ਵੀ ਕਰਕੇ ਆਇਆ, ਮਾਤਾ ਦਾ ਸਥਾਨ ਉੱਥੇ ਸੰਸਕਾਰ ਕੀਤਾ ਗਿਆ ਉਹਦਾ। ਇੱਕ ਉਦਾਹਰਨ ਸਿਰਫ ਹੋਰ ਦੇ ਕੇ, ਕਿਉਂਕਿ ਮਹਾਰਾਜ ਦਾ ਅੱਜ ਪੁਰਬ ਹੈ, ਤੇ ਅੱਜ ਦੇ ਹਾੜ ਦੇ ਮਹੀਨੇ ਵਿੱਚ ਅਖੀਰਲੀ ਬੇਨਤੀ ਵੀ ਜਿਹੜੀ ਸਾਖੀ ਮੈਂ ਕਰ ਰਿਹਾ। ਅੱਜ ਕੱਲ੍ਹ ਮੰਗੂ ਮੱਠ ਦਾ ਇੱਕ ਬੜਾ ਰੌਲਾ ਪਿਆ ਇੰਡੀਆ 'ਚ ਨਾ, ਉੜੀਸਾ ਵਿੱਚ ਜਗਨਨਾਥਪੁਰੀ। ਉਹ ਅਸਲ 'ਚ ਥਾਂ ਗੁਰੂ ਨਾਨਕ ਸਾਹਿਬ ਦੀ ਹੈ। ਉੱਥੇ ਇੱਕ ਉਦਾਸੀ ਸਾਧੂ ਰਹਿੰਦਾ ਰਿਹਾ, ਜਿਹਦਾ ਨਾਮ ਭਾਈ ਅਲਮਸਤ ਸੀ। ਕਿਉਂਕਿ ਅੱਜ ਇਹ ਪੁਰਾਤਨਤਾ ਨੂੰ ਇੰਨਾ ਨਹੀਂ ਲਿਆ ਜਾਂਦਾ। 6 ਬਖਸ਼ਾਂ ਤੇ 4 ਧੂਣਿਆਂ ਨੇ ਬੜਾ ਪ੍ਰਚਾਰ ਕੀਤਾ ਸਿੱਖੀ ਦਾ। ਬਾਲੂ ਹਸਨਾ, ਮਸਤ, ਫੂਲ ਤੇ ਭਾਈ ਗੋਇੰਦਾ, ਇਹ 4 ਨੇ ਧੂਣੇ। ਬਾਬਾ ਸ੍ਰੀ ਚੰਦ ਨੂੰ ਮੰਨਦੇ ਸਨ। ਇਹਨਾਂ ਧੂਣਿਆਂ ਨੇ ਬਹੁਤ ਪ੍ਰਚਾਰ ਕੀਤਾ। ਭਾਈ ਅਲਮਸਤ, ਕਮਾਲ ਤੁਸੀਂ ਦੇਖੋਗੇ, ਪੁਰਾਤਨ ਇਤਿਹਾਸ ਨੂੰ ਪੜ੍ਹੋ, ਕਹਿੰਦੇ ਨੇ ਉੱਥੇ ਬੈਠੇ ਭਗਤੀ ਕਰ ਰਹੇ ਆ। ਮੰਗੂ ਮੱਠ ਜਿੱਥੇ ਹੈ, ਇਹ ਸੋਨੇ ਦੀ ਥਾਲੀ 'ਚ
ਪੜ੍ਹੇ ਲਿਖੇ ਸੜਾ ਨਾ ਕੋ ਮੰਨੇ। ਉਹ ਜਗਨਨਾਥ ਨੂੰ ਭੋਗ ਲਾਣ ਆਏ, ਉਹ ਭੁੱਖ ਲੱਗੀ, ਉਹ ਭੋਗ ਵਾਲਾ ਥਾਲ ਉਹਦੇ ਕੋਲ ਆ ਗਿਆ। ਖੈਰ ਇਹ ਭਾਈ ਸਾਹਿਬ ਮਸਤੀ 'ਚ ਰਹਿੰਦੇ ਸਨ। ਇਹਦਾ ਨਾਮ ਅਸਲ 'ਚ ਆਲੂ ਸ਼ਬਦ ਸੀ ਜੀ। ਇਹ ਜਦੋਂ ਮਸਤ ਰਹਿੰਦਾ ਸੀ ਫਿਰ ਨਾਮ ਬਣ ਗਿਆ ਅਲਮਸਤ। ਇਹ ਫਿਰ ਅਲਮਸਤ ਜੀ ਆਏ ਜੀ ਨਾਨਕ ਮਤੇ। ਇਹ ਜਿਹੜਾ ਨਾਨਕ ਮਤਾ ਹੈ, ਆਪ ਜੀ ਨੂੰ ਪਤਾ ਹੈ, ਰੀਠੇ ਸਾਹਿਬ ਦੇ ਨਾਲ ਤੁਹਾਨੂੰ ਬੈਠੇ ਹੋ ਤੁਸੀਂ ਉੱਥੇ। ਇੱਥੇ ਪਹਿਲਾਂ ਸਿੱਧਾਂ ਦਾ ਕਬਜ਼ਾ ਸੀ। ਜਦੋਂ ਗੁਰੂ ਸਾਹਿਬ ਗਏ ਨਾ ਇੱਥੇ ਫਿਰ ਨਾਨਕ ਮਤਾ ਬਣ ਗਿਆ। ਉਹ ਜ਼ਮੀਨ ਬੋਲੀ, ਆਵਾਜ਼ ਆਈ, ਸਿੱਧ ਆਸਨ ਸਬਦ ਜਗਤ ਦੇ ਨਾਨਕ ਆਦ ਮਤੇ ਜੇ ਕੋਵਾ ਭਾਈ ਸਾਹਿਬ ਨੇ ਲਿਖਿਆ। ਇਹ ਭਾਈ ਸਾਹਿਬ ਚਲੇ ਗਏ ਤੇ ਉੱਥੇ ਮਹਾਰਾਜ ਦੀ ਥਾਂ ਜਾਣ ਕੇ ਇਹਨੂੰ ਫਿਰ ਬੇਨਤੀ ਸੁਣਿਓ, ਇਹਨੂੰ ਧਰਤੀ ਦੀ ਪੂਜਾ ਨਾ ਜੋੜਿਓ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਉਸ ਥਾਂ ਦੇ ਵਿੱਚ ਬਖਸ਼ਿਸ਼ ਸੀ। ਭਾਈ ਅਲਮਸਤ ਗਏ, ਉੱਥੇ ਦੀਵਾ ਬੱਤੀ ਕਰਨ ਲੱਗ ਪਏ। ਜੋਗੀਆਂ ਨੇ ਇਹਦੇ ਨਾਲ ਖੁਣ ਸਿਖਾਦੀ, ਰਾਤ ਨੂੰ ਸੁੱਤੇ ਨੂੰ ਵੱਟੇ ਮਾਰਨੇ ਕਰਨੇ। ਫਿਰ ਜਦੋਂ ਰੇਤ ਹਨੇਰੀ ਚੱਲਣੀ, ਅਲਮਸਤ ਵੱਲ ਮਿੱਟੀ ਭਰ ਭਰ ਸੱਟਣੀ। ਭਾਈ ਅਲਮਸਤ ਨੇ ਬੈਠੇ ਰਹਿਣਾ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਗਾਉਂਦੇ ਸਨ ਜੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਉਹਨਾਂ ਕਿਹਾ ਵੀ ਇੱਥੇ ਤੂੰ ਉੱਥੋਂ ਤੇ ਚਲਾ ਗਿਆ, ਕਿੱਥੇ ਨਾਨਕ? ਹੰਕਾਰੀ ਸਨ। ਉਹਨਾਂ ਕਿਹਾ ਪਿੱਪਲ ਵੇਖੋ। ਜਿਹੜੇ ਸੱਜਣਾਂ ਨੇ ਪਰਾਂ ਵੇਖਿਆ ਉਹਨੇ, ਪਿੱਪਲ ਦੀ ਜੜ ਕਈ ਫੁੱਟ ਉੱਚੀ ਉੱਠੀ ਸੀ। ਹੁਣ ਉੱਥੇ ਚਲੋ ਬਣਾ ਦਿੱਤਾ ਥੜਾ। ਉਹਨਾਂ ਕਿਹਾ ਪਿੱਪਲ ਤੁਸੀਂ ਉਡਾਇਆ ਸੀ ਤੇ ਮਹਾਰਾਜ ਜੀ ਨੇ ਹੱਥ ਕੀਤਾ, ਰੁਕ ਗਿਆ। ਉਹ ਕਹਿਣ ਲੱਗੇ ਪਿੱਪਲ ਦੀ ਗੱਲ ਕਰਨਾ, ਇਸ ਨੂੰ ਅੱਗ ਲਾ ਕੇ ਪਿੱਪਲ ਸਾੜ ਦਿੱਤਾ ਉਹਨਾਂ ਨੇ। ਭਾਈ ਅਲਮਸਤ ਨੂੰ ਮਾਰਿਆ ਕੁੱਟਿਆ ਵੀ। ਮਨ 'ਚ ਆਇਆ ਇਹ ਸੱਚੇ ਪਾਤਸ਼ਾਹ ਦਾ ਪਿੱਪਲ, ਉਹਦੀ ਬਖਸ਼ੀਸ਼ ਨਾਲ ਰੁਕਿਆ ਹੋਇਆ। ਫਿਰ ਯਾਦ ਰੱਖੋ, ਮੈਂ ਪਿੱਪਲ ਦੀ ਪੂਜਾ ਨਹੀਂ ਕਹਿ ਰਿਹਾ, ਇਹ ਸੱਚੇ ਪਾਤਸ਼ਾਹ ਦੀ ਬਰਕਤ ਬਖਸ਼ਿਸ਼ ਨਾਲ ਨਿਵਾਜਿਆ ਪਿੱਪਲ ਫੂਕ ਦਿੱਤਾ। ਮਾਰਿਆ ਕੁੱਟਿਆ, ਦੂਰ ਜਾ ਕੇ ਬਹਿ ਗਏ। ਇਹਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਤੇਰੇ ਘਰ ਦਾ ਸਿੱਖ ਹਾਂ। ਆਹ ਸਤਿਗੁਰਾਂ ਦੀ ਜਿਹੜੀ ਪਵਿੱਤਰ ਨਿਸ਼ਾਨੀ ਸੀ, ਇਹਨੂੰ ਸਾੜ ਦਿੱਤਾ। ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਪੰਜਾਬ ਦੀ ਧਰਤੀ ਤੋਂ ਨਾਨਕ ਮਤੇ ਗਏ। ਉੱਥੇ ਵੈਸੇ ਇੱਕ ਗੁਰਦੁਆਰਾ ਵੱਖਰਾ ਹੈ। ਮਹਾਰਾਜ ਜੀ ਨੇ ਆਪਣਾ ਘੋੜਾ ਤੇ ਆਪਣੇ ਚਰਨਾਂ ਦਾ ਜੋੜਾ ਕਿੰਨੇ ਕੋ ਪਿੱਛੇ ਛੱਡ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਦੋਵੇਂ ਥਾਂ ਨੇ। ਕਹਿਣ ਲੱਗੇ ਸਤਿਗੁਰਾਂ ਦਾ ਥਾਂ ਹੈ, ਉੱਥੇ ਜੁੱਤੀ ਪਾ ਕੇ ਨਹੀਂ ਜਾਣਾ, ਘੋੜੇ ਤੇ ਚੜ੍ਹ ਕੇ ਨਹੀਂ ਜਾਣਾ। ਆਪਾਂ ਬਾਬਾ ਜੀ ਲਈ ਕੀ ਸ਼ਬਦ ਵਰਤਨੇ? ਮਹਾਰਾਜ ਗਏ ਤੇ ਧਿਆਨ 'ਚ ਬੈਠਾ ਸੀ ਜੀ। ਜਦੋਂ ਸਤਿਗੁਰੂ ਗਏ, ਦਰਸ਼ਨ ਕੀਤੇ, ਜੋਗੀ ਤੇ ਭੱਜ ਗਏ ਚਿੱਪੀਆਂ ਲੈ ਕੇ। ਮਹਾਰਾਜ ਨੇ ਜਵਾਨ, 2 ਕਿਰਪਾਨਾਂ ਨਾਲ ਸਿੰਘ ਸਿੱਖ, ਐ ਵੇਖ ਕੇ ਸਾਰਿਆਂ ਦਾ ਜਲਾਲ ਦੇਖ ਕੇ ਜੋਗੀ ਚਿੱਪੀਆਂ ਲੈ ਕੇ ਭੱਜੇ। ਇਹਨੇ ਦੇਖਿਆ ਹੋ ਕੀ ਗਿਆ। ਸਾਹਮਣੇ 6ਵੇਂ ਸਤਿਗੁਰੂ ਸਨ। ਅਲਮਸਤ ਵਿਰਾਗ ਵਿੱਚ ਆ ਕੇ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ। ਹਜ਼ੂਰ ਨੇ ਚਰਨਾਂ ਚੁੱਕ ਕੇ ਕਿਹਾ, ਨਹੀਂ ਤੇਰੀ ਥਾਂ ਮੇਰੇ ਸੀਨੇ 'ਚ ਹੈ। ਬੋਲ ਨਹੀਂ ਸਕਿਆ, ਬਸ ਇਸ਼ਾਰਾ ਕੀਤਾ। ਮਹਾਰਾਜ ਸਤਿਗੁਰਾਂ ਦਾ ਪਿੱਪਲ ਸਾੜ ਦਿੱਤਾ। ਹਜ਼ੂਰ ਨੇ ਕਿਹਾ ਦੀਵਾਨ ਲਾਓ। ਸੋਦਰ ਦਾ ਪਾਠ ਫਿਰ ਸਤਿਗੁਰਾਂ ਨੇ ਉੱਥੇ ਕੀਤਾ, ਪਿੱਪਲ ਥੱਲੇ ਆਸਣ ਲਾ ਕੇ। ਕਹਿਣ ਲੱਗੇ ਪਿੱਪਲ ਸਦਾ ਲਈ ਖਰਾ ਰਹਿ ਗਏ ਨੇ, ਕਦੀ ਨਹੀਂ ਸੋਕਾ ਪੈਣਾ। ਮਹਾਰਾਜ ਸੜਿਆ ਹੈ। ਸਤਿਗੁਰਾਂ ਨੇ ਜਲ ਮੰਗਾਇਆ, ਜਲ ਵਿੱਚ ਕੇਸਰ ਘੋਲਿਆ, ਕੇਸਰ ਦੇ ਛੱਟੇ ਮਾਰੇ। ਤੇ ਯਾਦ ਰੱਖਿਓ, ਅੱਜ ਤੱਕ ਉਸ ਪਿੱਪਲ ਦੇ ਪੱਤਿਆਂ ਉੱਤੇ ਕੇਸਰ ਦਾ ਨਿਸ਼ਾਨ ਰਹਿੰਦਾ ਹੈ। ਮੈਂ ਦਰਸ਼ਨ, ਤੁਸੀਂ ਚਲੋ ਇਸ ਇਲਾਕੇ ਦੇ ਬੈਠੇ ਸੱਜਣ ਨੇ, ਉੱਥੇ ਮੈਂ ਹਰ ਸਾਲ ਲੰਘਦਾ ਜਾਂਦਾ ਜਦੋਂ ਕਥਾ ਕਰਨ। ਉਸ ਪਿੱਪਲ ਨੂੰ ਦੂਰੋਂ ਦੇਖੋ, ਉਹਦੇ ਉੱਤੇ, ਉਸ ਪੱਤਿਆਂ ਦੇ ਉੱਤੇ ਕੇਸਰ ਦੇ ਨਿਸ਼ਾਨ ਨੇ। ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਬਰਕਤ ਹੈ। ਅੱਜ ਸਤਿਗੁਰਾਂ ਦਾ ਪੁਰਬ ਹੈ। ਤੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ, ਅਸੀਂ ਇਹ ਕਥਾ ਵਾਲੇ ਕਹਿੰਦੇ ਅੱਜ ਆਗਮਨ ਹੋਇਆ, ਅੱਜ ਜੋਤੀ ਜੋਤ ਸਮਾ ਗਏ। ਨਹੀਂ, ਸ਼ਬਦ ਦੇ ਤੌਰ ਤੇ ਕਿਤੇ ਵੀ, ਕਦੋਂ ਵੀ, ਕਿਸ ਹਾਲਤ ਵਿੱਚ ਵੀ ਗੁਰੂ ਨੂੰ ਚੇਤੇ ਕਰੋਗੇ, ਗੁਰੂ ਸਦਾ ਹੀ ਨਾਲ ਹੁੰਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ। ਮੈਂ ਸ਼ਬਦ ਕਰਕੇ ਕਹਿ ਰਿਹਾ। ਹਜ਼ੂਰ ਨੇ ਫਰਮਾਇਆ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿੰਨਾ ਪਾਸ। ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਨਹੀਂ, ਬਾਹਰ ਦੀ ਤਪਸ਼ ਤੇ ਅੰਦਰ ਦੀ ਤਪਸ਼ ਵੀ ਹੈ। ਮਹਾਰਾਜ ਫਰਮਾਨ ਲੱਗੇ, ਪਤਾ ਕਿਉਂ ਤਪਦੇ ਨੇ? ਜਗ ਜੀਵਨ
ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗਜੀਵਨ ਪੁਰਖ, ਜਿਵੇਂ ਅਕਾਲ ਪੁਰਖ ਕਹਿੰਦੇ ਆ, ਸਤਿਪੁਰਖ ਕਹਿੰਦੇ ਆ, ਜਗਤ ਨੂੰ ਜੀਵਨ ਦੇਣ ਵਾਲੇ ਪਾਰ ਬ੍ਰਹਮ ਪਰਮੇਸ਼ਵਰ ਜੀ, ਉਹਨਾਂ ਨੂੰ ਤਿਆਗ ਕੇ ਛੱਡ ਕੇ ਮਾਨਸ ਸੰਧੀ ਆਸ, ਕਿਉਂਕਿ ਤਾਂ ਤਪਦੇ ਪਏ ਨੇ ਰੱਬ ਜੀ ਨੂੰ ਛੱਡ ਕੇ, ਜਿਹੜਾ ਜੀਵਨ ਦੇਣ ਵਾਲਾ ਹੈ। ਜੀ ਜਗ ਜੀਵਨ ਪਿਆਰਿਓ, ਜਗਤ ਨੂੰ ਜੀਵਨ ਦੇਣ ਵਾਲਾ, ਉਹਨੂੰ ਛੱਡ ਕੇ ਬੰਦਿਆਂ ਦੇ ਹੱਥ ਵੱਲ ਵੇਂਦੇ ਪਏ ਆ। ਮੇਰਾ ਭਰਾ ਮੇਰਾ ਕੰਮ ਕਰ ਦੂਗਾ, ਮੇਰਾ ਬਾਪ ਕਰ ਦੂਗਾ, ਫਲਾਣਾ ਮੇਰਾ ਮਿੱਤਰ ਕਰ ਦੂਗਾ। ਗੁਰੂ ਜੀ ਕਹਿੰਦੇ ਨਹੀਂ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ। ਮਾਨੋ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬੌਰ ਨ ਤ੍ਰਿਸ਼ਨਾ ਲਾਗੇ। ਮੇਰੀ ਫਿਰ ਬੇਨਤੀ ਹੈ, ਤੁਰ ਅੰਦਰ ਸੁਰਤ ਨੂੰ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਸਾਨੂੰ ਜਨਮ ਦੇਣ ਵਾਲਿਆਂ ਅੱਗੇ ਵੀ ਤਲੀ ਨਾ ਅੱਡਣੀ ਪਏ, ਸਤਿਕਾਰ ਕਰੀਏ, ਤੇ ਜਿਨ੍ਹਾਂ ਨੂੰ ਜਨਮ ਦਿੱਤਾ ਮੁਥਾਜ ਉਹਨਾਂ ਦੇ ਵੀ ਨਾ ਹੋਣਾ ਪਏ। ਮਹਾਰਾਜ ਕਹਿੰਦੇ ਬੰਦੇ ਦੀ ਆਸ ਕਾਹਦੀ, ਕੋਈ ਇਨਸਾਨ ਕਿਸੇ ਨੂੰ ਨਹੀਂ ਦੇ ਸਕਦਾ। ਮਾਨਸ ਸੰਧੀ ਆਸ। ਫਿਰ ਇਹ ਜਿਹੜਾ ਬੰਦੇ ਦੀ ਆਸ 'ਚ ਪੈ ਗਿਆ, ਉੱਥੇ ਤਰੇੜ ਪੈ ਗਈ, ਉਹ ਦਵੈਤ ਆ ਗਈ। ਉਹਨੂੰ ਫਿਰ ਸਾਹਿਬ ਨੇ ਕਿਹਾ ਦੁਈਐ, ਦੂਜਾ। ਭਾਏ, ਭਾਏ ਦਾ ਅਰਥ ਪਿਆਰ, ਦੂਜੇ ਦੇ ਪਿਆਰ ਵਿੱਚ ਵਾਹਿਗੁਰੂ ਜੀ ਨੂੰ ਛੱਡ ਕੇ ਦੁਈਐ ਭਾਏ ਵਿਗੁਚੀਐ। ਵਿਗੁਚੀਆ ਦਾ ਅਰਥ ਖੁਆਰ ਹੋ ਗਿਆ, ਅੰਦਰੋਂ ਖਿੰਡ ਗਿਆ। ਮਹਾਰਾਜ ਬਚਨ ਕਰਦੇ, ਗੱਲ ਪਈ ਸੋ ਜਮ ਕੀ ਫਾਸ। ਜਦੋਂ ਇੱਕ ਨੂੰ ਛੱਡ ਦਿੱਤਾ ਬੰਦੇ ਦੀ ਆਸ ਤੇ, ਗੁਰਮੁਖੋ ਬੰਦਾ, ਮੈਂ ਇੱਕ ਵਾਰ ਇੱਥੇ ਬੇਨਤੀ ਕੀਤੀ, ਬਾਬਾ ਫਰੀਦ ਸਾਹਿਬ ਇੰਨੇ ਅਣਖ ਵਾਲੇ ਨੇ, ਸਾਰੀ ਬਾਣੀ ਵਾਲੇ ਬੰਦੇ ਦੀ, ਉੱਥੇ ਤੇ ਤਾਂ ਕਹਿੰਦੇ ਨੇ ਵਾਹਿਗੁਰੂ ਜ਼ਿੰਦਗੀ ਸਭ ਨੂੰ ਚੰਗੀ ਲੱਗਦੀ, ਕਿਹਨੂੰ ਨਹੀਂ ਲੱਗਦੀ ਜੀ। ਆ ਨਿੱਕਾ ਜਿਹਾ ਜ਼ਹਿਰ ਦਾ ਕੀੜਾ, ਉਹਦਾ ਦਿਲ ਕਰਦਾ ਮਰਨ ਨੂੰ, ਪਰ ਕਹਿੰਦੇ ਨੇ ਨਹੀਂ, ਜਿਉਂਦੇ ਜੀ ਕਿਸੇ ਦਾ ਮੁਥਾਜ ਨਾ ਬਣਾਈ, ਕਿਸੇ ਦੇ ਬੂਹੇ ਅੱਗੇ ਲਿਜਾਣੀ, ਤੇ ਇਦੂ ਚੰਗੀ ਜਿੰਦ ਵਿੱਚੋਂ ਕੱਢ ਲਈ। ਬਾਰ ਪਰਾਏ ਬੈਸਣਾ ਸਾਈਂ ਮੁਝਾ ਨਾ ਦੇ, ਜੇ ਤੂੰ ਏਵੇਂ ਰਖਸੀ ਤਾਂ ਜਿਉ ਸਰੀਰੋਂ ਲੈ। ਬੰਦੇ ਦੀ ਆਸ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਹੁਣ ਦੇ ਹੋਇਆ ਕਿ ਗਲ 'ਚ ਇਹ ਫਾਹੀ ਪੈ ਗਈ। ਬਾਬਾ ਫਰੀਦ ਸਾਹਿਬ, ਉਹਨਾਂ ਦਾ ਕਿਉਂਕਿ ਬੜੀ ਚੱਲਦੀ ਸੀ, ਕੁਝ ਇਹ ਵੀ ਇਤਿਹਾਸਕਾਰ ਕਹਿੰਦੇ ਨੇ, ਉਹਨਾਂ ਦਾ ਇੱਕ ਵਿਆਹ ਉਸ ਵਕਤ ਦੇ ਹਾਕਮ ਬਲਬਨ ਦੀ ਬੇਟੀ ਨਾਲ ਹੋਇਆ ਸੀ। ਕੁਝ ਇਤਿਹਾਸਕਾਰ ਕਹਿੰਦੇ ਆ, ਮੈਂ ਕੁਝ ਕਹਿ ਰਿਹਾ। ਕੋਈ ਸੱਜਣ ਆਇਆ, ਉਹਨੇ ਕਿਹਾ ਬਾਬਾ ਜੀ ਮੇਰਾ ਕੰਮ ਹੈ, ਇਹ ਕਹਿ ਦਿਓਗੇ ਬਾਦਸ਼ਾਹ ਨੂੰ? ਉਹ ਚੁੱਪ ਕਰਕੇ, ਉਹਨੇ ਦੂਜੀ ਤੀਜੀ ਵਾਰੀ ਕਿਹਾ ਮੈਨੂੰ ਬੜੀ ਲੋੜ ਹੈ। ਕਹਿਣ ਲੱਗੇ ਤੂੰ ਬੜੇ ਮੈਨੂੰ ਇਸ ਸੰਕਟ 'ਚ ਪਾਤਾ। ਕਹਿੰਦਾ ਨਹੀਂ ਨਹੀਂ ਤੁਹਾਡੀ ਚੱਲਦੀ। ਉਹਨਾਂ ਨੇ ਚਿੱਠੀ ਲਿਖੀ, ਕਹਿਣ ਲੱਗੇ ਬੰਦਾ ਮੇਰੀ ਆਸ ਕਰਕੇ ਆਇਆ, ਤੇ ਕੰਮ ਜੇ ਤੁਸੀਂ ਕਰ ਦਿਓ ਕਰ ਦਿਆ ਜੇ, ਜੇ ਕਰ ਸਕਦੇ ਹੋ ਤਾਂ ਕੰਮ ਤੇ ਕਰ ਦਿਆ ਜੇ, ਪਰ ਜੇ ਤੁਸੀਂ ਕੰਮ ਕਰ ਦਿੱਤਾ ਤੇ ਯਾਦ ਰੱਖਿਓ ਕਰਨ ਵਾਲਾ ਅੱਲਾ ਹੋਵੇਗਾ, ਤੁਸੀਂ ਧੰਨਵਾਦ ਦੇ ਪਾਤਰ ਐਵੇਂ ਬਣ ਜਾਓਗੇ। ਸ਼ਬਦ ਸੁਣੋ ਤੁਸੀਂ, ਕਰਨ ਵਾਲਾ ਰੱਬ ਹੋਵੇਗਾ ਤੇ ਧੰਨਵਾਦ ਦੇ ਪਾਤਰ ਤੁਸੀਂ। ਜੇ ਨਾ ਕਰ ਸਕੇ ਤੇ ਇੱਕ ਗੱਲ ਜੇਨ 'ਚ ਰੱਖ ਲਿਓ, ਜੇ ਤੁਸੀਂ ਸਭ ਕੁਝ ਕਰਨ ਵਾਲੇ ਨਹੀਂ, ਕਰਨ ਵਾਲਾ ਸਿਰਫ ਅੱਲਾ ਹੈ। ਦੇਖੋ ਗੱਲ ਕਿੱਡੀ ਕਮਾਲ ਦੀ ਕਹੀ। ਮੈਂ ਬੇਨਤੀ ਕਰਾਂਗਾ, ਗੁਰੂ ਜੀ ਕਹਿੰਦੇ ਨੇ ਜਿੱਥੇ ਬੰਦੇ ਦੀ ਆਸ ਆ ਗਈ ਉੱਥੇ ਜਮ ਕੀ ਫਾਂਸ ਆ ਗਈ। ਹਜ਼ੂਰ ਨੇ ਫਰਮਾਇਆ ਜੇਖਾ ਬੀਜੈ ਸੋ ਲੁਣੈ। ਜੋ ਕੁਝ ਬੀਜਿਆ ਪਿਆਰਿਓ ਉਹੀ ਲੁਣੈ ਦਾ ਅਰਥ ਕੱਟਣਾ ਹੈ। ਮੱਥੈ ਜੋ ਲਿਖਿਆਸ, ਜੋ ਮੱਥੇ 'ਚ ਲਿਖਿਆ ਪਿਆਰਿਓ ਕਿਹੜੇ ਨੂੰ ਮੇਟਣਾ ਹੈ। ਫਿਰ ਜੇ ਬੰਦਗੀ ਨਹੀਂ ਕੀਤੀ, ਰੈਣ ਵਿਹਾਣੀ ਜ਼ਿੰਦਗੀ ਰੂਪੀ, ਰੈਣ ਦਾ ਅਰਥ ਰਾਤ, ਜ਼ਿੰਦਗੀ ਰੂਪੀ ਰਾਤ ਵਿਹਾਣੀ ਦਾ ਅਰਥ ਲੰਘ ਗਈ। ਪਛਤਾਣੀ ਇਹ ਜੀਵ ਇਸਤਰੀ ਪਛਤਾਰੀ ਹੈ, ਉੱਠ ਚੱਲੀ ਗਈ ਨਿਰਾਸ਼। ਜਦੋਂ ਤੁਰਿਆ ਬੰਦਾ ਨਿਰਾਸ਼ ਹੋ ਕੇ ਤੁਰਿਆ, ਕਿਉਂਕਿ ਜੋ ਕੁਝ ਕਮਾਣ ਆਇਆ ਸੀ ਕੁਛ ਵੀ ਪੱਲੇ ਨਹੀਂ ਪਿਆ। ਸਾਰੀ ਜ਼ਿੰਦਗੀ ਲੰਘ ਗਈ ਵਿਅਰਥ ਜੀ, ਪਛਤਾਵਾ ਪੱਲੇ ਰਹਿ ਗਿਆ। ਤੇ ਮਹਾਰਾਜ ਬਚਨ ਕਰਦੇ ਆ, ਹੁਣ ਇੱਥੇ ਬੰਦਾ ਨਿਰਾਸ਼ ਜਿਹਾ ਵੀ ਹੋ ਜਾਂਦਾ ਵੀ ਇਹ ਤਾਂ ਸਭ ਕੁਝ ਭੁਗਤਣੇ ਪੈਣਾ ਅੱਗੇ। ਸਤਿਗੁਰੂ ਕਹਿੰਦੇ ਨਹੀਂ, ਜਿਨ ਕੋ ਸਾਧੂ ਭੇਟੀਐ, ਜਿਨ ਕੋ ਜਿਨ੍ਹਾਂ ਨੂੰ ਸਮਰੱਥ ਗੁਰੂ ਸਾਧੂ ਦੀ ਸੰਗਤ ਮਿਲ ਜਾਏਗੀ, ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਉਹ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਦੀ ਬੰਦ ਖਲਾਸੀ, ਉਹ ਮੁਕਤ ਹੋ ਗਏ। ਸੋ ਦਰਗਾਹ ਹੋਏ ਖਲਾਸ,
ਅੱਗੇ ਸਤਿਗੁਰੂ ਕਹਿੰਦੇ ਹਾੜ ਦਾ ਮਹੀਨਾ ਤਪਦਾ ਤਾਂ ਬੜਾ ਹੈ, ਪਰ ਸਤ ਸੰਗੀਓ ਇੱਕ ਅਰਦਾਸ ਕਰੋ ਕਿ ਕਰ ਕਿਰਪਾ ਪ੍ਰਭ ਆਪਣੀ। ਹੇ ਪ੍ਰਮਾਤਮਾ ਜੀ, ਵਾਹਿਗੁਰੂ ਜੀ, ਪ੍ਰਭੂ ਜੀ, ਤੁਸੀਂ ਕਿਰਪਾ ਕਰੋ ਆਪਣੀ ਕੀ ਤੇਰੇ ਦਰਸ਼ਨ ਹੋਏ ਪਿਆਸ। ਸੁਣਿਓ ਇਸ ਨੂੰ, ਦਰਸ਼ਨ ਨਹੀਂ ਕਿਆ ਹੋਣ, ਤੇਰੇ ਦਰਸ਼ਨ ਹੋਏ ਪਿਆਸ। ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਏ, ਪਿਆਸ ਲੱਗੀ ਹੋਵੇ ਤੇ ਬੰਦਾ ਪਾਣੀ ਦੀ ਕੀਮਤ ਜਾਣਦਾ ਹੈ। ਜਦੋਂ ਰੱਬ ਜੀ ਨੂੰ ਮਿਲਣ ਦੀ ਪਿਆਸ ਲੱਗ ਜਾਏ ਤੇ ਗੁਰੂ ਕੀ ਬਾਣੀ ਦੀ ਕੀਮਤ ਜਾਣਦਾ ਹੈ। ਇਹ ਬਾਬਾ ਜੀ ਨੇ ਕਿਹਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ। ਮਹਾਰਾਜ ਤੁਹਾਡੀ ਪਿਆਸ ਹੀ ਲੱਗ ਜਾਏ, ਦਰਸ਼ਨਾਂ ਦੀ ਪਿਆਸ ਕੋਈ ਛੋਟੀ ਜੀ ਗੱਲ ਹੈ ਜੀ। ਸਤਿਗੁਰਾਂ ਨੇ ਫਰਮਾਇਆ ਜਿਸ ਜਨ ਕੋ ਪ੍ਰਭ ਦਰਸ ਬਿਆਸਾ ਨਾਨਕ ਤਾਕੈ ਬਲ ਬਲ ਜਾਸਾ। ਪਿਆਸ ਬੜੀ ਵੱਡੀ ਪਿਆਰਿਓ, ਜਿਹਨੂੰ ਪਿਆਸ ਨਹੀਂ ਲੱਗੀ ਹੋਈ ਖਿਮਾ ਕਰਿਓ, ਇਲਤਾਂ ਉਹੀ ਕਰਦਾ। ਮੈਂ ਪੰਜਾਬੀ ਸ਼ਬਦ ਵਰਤ ਲਵਾਂ, ਉਂਝ ਗੁਰਬਾਣੀ ਨੇ ਇਲਤ ਸ਼ਬਦ ਵਰਤਿਆ, ਇਲਤ ਕਾ ਨਾਮ ਚੌਧਰੀ ਵਰਤਿਆ। ਮੈਂ ਆ ਠੰਡਾ ਹੈ, ਆ ਤੱਤਾ ਹੈ, ਆ ਮਿੱਠਾ ਹੈ, ਲੂਣਾ ਹੈ। ਜਦੋਂ ਤਰੇ ਲੱਗਦੀ ਸੀ ਨਾ ਜੇ ਹਾੜ ਦੇ ਮਹੀਨੇ 'ਚ, ਤੇ ਮੱਝਾਂ ਦੂਰ ਲਿਜਾਂਦੇ ਸਾਂ ਤੇ ਛੱਪੜ ਦੇ ਪਾਣੀ ਉੱਤੇ ਹੀ ਪੱਗ ਦਾ ਪੱਲੂ ਪਾ ਕੇ ਪੀ ਜਾਂਦੇ ਹੁੰਦੇ ਸਾਂ। ਤੁਹਾਨੂੰ ਪਤਾ ਹੋਣਾ ਜਿਹੜੇ ਮੱਝਾਂ ਚਾਰਦੇ ਰਹੇ ਹੈਂ, ਉਦੋਂ ਕਿਸੇ ਨੇ ਪੁੱਛਿਆ ਇਹ 'ਚ ਬੈਕਟੀਰੀਆ ਕਿੰਨਾ ਕੁ ਹੈ। ਮੈਲਾ ਪਾਣੀ ਉੱਤੇ ਪਰਨਾ ਪਾਣਾ ਤੇ ਉਹਨੂੰ ਪੀ ਜਾਣਾ, ਕਿਉਂਕਿ ਪਿਆਸ ਨਹੀਂ ਸੀ ਵਹਿੰਦੀ। ਮੈਲਾ ਕਿਹੜਾ ਤੇ ਦੂਜਾ ਕਿਹੜਾ, ਇਹ ਐਵੇਂ ਤਰਕ ਨਾਮ ਕੀ ਸਿਮਰਨ ਕੀ ਕੀਰਤਨ ਕੀ, ਇੱਕੋ ਹੀ ਅਰਦਾਸ ਕਰੋ ਪਿਆਸ ਪੈਦਾ ਹੋ ਜਾਏ। ਤਰਕ ਦੀ ਮੌਤ ਹੋ ਜਾਂਦੀ ਹੈ, ਸਿਰਫ ਪਾਣੀ ਵੱਲ ਧਿਆਨ ਰਹਿੰਦਾ ਹੈ। ਰੱਬ ਦੇ ਨਾਮ ਦੀ ਪਿਆਸ ਪੈਦਾ ਹੋ ਜਾਏ, ਬਾਕੀ ਸਭ ਭੁੱਲ ਜਾਂਦਾ, ਕੇਵਲ ਬਾਣੀ ਵੱਲ ਧਿਆਨ ਰਹਿੰਦਾ। ਸਤਿਗੁਰੂ ਨੇ ਫਰਮਾਇਆ ਹਾੜ ਦੇ ਮਹੀਨੇ ਸਾਨੂੰ ਨਾਮ ਦੀ ਪਿਆਸ ਲੱਗ ਜਾਏ, ਤੇਰੇ ਦਰਸ਼ਨਾਂ ਦੀ ਪਿਆਸ। ਮਹਾਰਾਜ ਬਚਨ ਕਰ ਰਿਹਾ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਸਾਡਾ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ। ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਸੇ ਦਾ ਕੋਈ ਸਾਡਾ ਸਿਰਫ ਤੂੰ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਸਾਡੀ ਇਹ ਬੇਨਤੀ ਹੈ। ਹੁਣ ਵੇਖੋ ਕਿੱਡੀ ਬਖਸ਼ਿਸ਼ ਕਰਦੇ ਆ। ਉੱਤੇ ਤਪੰਦਾ ਕਿਹਾ, ਕਹਿਣ ਲੱਗੇ ਨਹੀਂ ਨਹੀਂ, ਲੂ ਚੱਲਦੀ ਤਾਂ ਕਿ ਅਸਾੜ ਸੁਹੰਦਾ ਤਿਸ ਲੱਗੈ। ਹਾੜ ਦਾ ਮਹੀਨਾ ਉਹਨਾਂ ਲਈ ਅੱਤ ਦਾ ਸੁਹਾਵਣਾ, ਬਸੰਤ ਨੂੰ ਵੀ ਮਾਤ ਕਰ ਗਿਆ। ਸੋਹਣਾ ਹੈ ਅਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਜਿਹਦੇ ਮਨ 'ਚ ਹਰੀ ਦੇ ਚਰਨਾਂ ਦਾ ਨਿਵਾਸ ਹੋ ਗਿਆ, ਉਹਦੇ ਲਈ ਇਹ ਹਾੜ ਵੀ ਚੰਗਾ ਹੈ, ਜੇਠ ਵੀ ਚੰਗਾ ਹੈ, ਉਹਦੇ ਲਈ ਸਾਰੇ ਚੰਗੇ ਨੇ। ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਤੇ ਪਿਆਰਿਓ ਫਿਰ ਤਪਸ਼ ਹੀ ਤਪਸ਼ ਹੈ, ਫਿਰ ਠੰਡ ਕੋਈ ਨਹੀਂ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਟਾਈਮ ਮੈਂ ਜ਼ਿਆਦਾ ਲਾ ਗਿਆ ਤੇ ਆਪ ਸਭ ਦਾ ਧੰਨਵਾਦ। ਕੱਲ੍ਹ ਨੂੰ ਆਪਾਂ ਜਿਹੜੇ 4 ਪਹਿਰ ਨੇ ਨਾ ਜ਼ਿੰਦਗੀ ਦੇ, ਤੇ ਜਿਹੜੇ ਆਪਾਂ ਤਕਰੀਬਨ ਚੌਥੇ ਤੱਕ ਤੀਜਾ ਟੱਪ ਗਏ ਹਾਂ, ਚੌਥੇ 'ਚ ਆਏ ਪਏ ਹਾਂ ਤੇ ਖੇਤ ਹੈ ਪੱਕਿਆ ਪਿਆ ਪੂਰਾ। ਇਸ ਸੰਬੰਧੀ ਆਪਾਂ 4 ਪਹਿਰ ਜੋ ਸਤਿਗੁਰਾਂ ਦੇ ਨੇ ਇਹਦੀ ਵਿਚਾਰ ਕਰਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਗੁਰਮੁਖੋ ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਆਓ ਥੋੜ੍ਹਾ ਜਿਹਾ ਨਾਮ ਜਪ ਲਈਏ ਜੀ, ਥੋੜ੍ਹਾ ਸਮਾਂ, ਉਦੋਂ ਬਾਅਦ ਫਿਰ ਆਪ ਜੀ ਇਹ ਜਿਸ ਤਰ੍ਹਾਂ ਕਿਰਪਾ ਕਰੋ, ਸਾਰੇ ਮੇਲ ਕਰੋ, ਕੋਈ ਰਸਨਾ ਵਾ ਖਾਲੀ ਨਾ ਰਹਿ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਹਜ਼ੂਰੀ ਵਿੱਚ ਬੋਲਦਿਆਂ, ਬਾਣੀ ਦਾ ਪਾਠ ਕਰਦਿਆਂ, ਵਿਚਾਰ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਾਧ ਸੰਗਤ ਬਖਸ਼ ਦੇਣਾ। ਆਪ ਜੀ ਚਾਰੇ ਦਿਨ ਹੋਰ ਵੀ ਵੱਧ ਚੜ੍ਹ ਕੇ ਆਓ, ਤਾਂ ਜੋ ਆਪਾਂ ਸਤਿਗੁਰਾਂ ਦੀਆਂ ਸਿਫਤਾਂ ਕਰੀਏ। ਆਪ ਆ ਰਹੇ ਹੋ, ਹੋਰਨਾਂ ਨੂੰ ਪ੍ਰੇਰ ਕੇ ਲਿਆਓ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਰੱਬੀ ਬੋਲ, ਉਹਨਾਂ ਦੀ ਵਿਚਾਰ ਆਪਾਂ ਕਰ ਸਕੀਏ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਣਾ ਬੋਲਣਾ ਆ ਜੀ ਤੁਸੀਂ।